ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਸਤਿਗੁਰ ਤੇ ਜੋ ਮੋਹ ਫਿਰੇ, ਸੇ ਬੱਧੇ ਦੁਖ ਸਹਾਈ। ਫਿਰ ਫਿਰ ਮਿਲਣ ਨਾ ਪਾਇਨੀ, ਜੰਮਹਿ ਤਾ ਮਰ ਜਾਹੇ। ਸਤਿਗੁਰ ਤੇ ਜੋ ਮੋਹ ਫਿਰੇ, ਸੇ ਬੱਧੇ ਦੁਖ ਸਹਾਏ। ਫਿਰ ਫਿਰ ਮਿਲਣ ਨਾ ਪਾਇਨੀ, ਜੰਮਹਿ ਤਾ ਮਰ ਜਾਹੇ। ਸਹਸਾ ਰੋਗ ਨਾ ਛੋਡਈ, ਦੁਖ ਹੀ ਮਹਿ ਦੁਖ ਪਾਹੇ। ਨਾਨਕ ਨਦਰੀ ਬਖਸ਼ ਲੇਹ, ਸਬਦੀ ਮੇਲ ਮਿਲਾਹੇ। ਸਹਸਾ ਰੋਗ ਨਾ ਛੋਡਈ, ਦੁਖ ਹੀ ਮਹਿ ਦੁਖ ਪਾਹੇ। ਨਾਨਕ ਨਦਰੀ ਬਖਸ਼ ਲੇਹ, ਸਬਦੀ ਮੇਲ ਮਿਲਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਤਖਤ ਚਵਰ ਛਤਰ ਦੇ ਮਾਲਕ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਅਤੇ ਚੈਨਲ ਦੇ ਮਾਧਿਅਮ ਰਾਹੀਂ ਆਪੋ ਆਪਣੇ ਘਰਾਂ ਅੰਦਰ ਜੁੜ ਮਿਲ ਬੈਠੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਗੁਰ ਫਤਿਹ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਿੰਘਾਸਣ ਉੱਪਰ ਬਿਰਾਜਮਾਨ ਹੋ ਕਰਕੇ ਜੋ ਸਾਨੂੰ ਪਾਵਨ ਸ੍ਰੀ ਮੁਖਵਾਕ ਸਾਹਿਬ ਜੀ ਦੀ ਦਾਤ ਬਖਸ਼ਿਸ਼ ਕੀਤੀ, ਉਸ ਦੀ ਕਥਾ ਵਿਚਾਰ ਕਰਨ ਸੁਣਨ ਵਾਸਤੇ ਆਪਾਂ ਸਾਰੇ ਹੀ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਜੀ ਵਿਖੇ ਇਕੱਤਰ ਹੋਏ ਹਾਂ। ਸੰਗਤ ਜੀ, ਅੱਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਗੁਰਿਆਈ ਗੁਰਪੁਰਬ ਹੈ। ਆਪ ਸਮੂਹ ਸੰਗਤਾਂ ਨੂੰ ਅੱਜ ਦੇ ਇਸ ਮਹਾਨ ਪਾਵਨ ਪਵਿੱਤਰ ਦਿਹਾੜੇ ਦੀ ਬੇਅੰਤ ਬੇਅੰਤ ਵਧਾਈ ਹੋਵੇ ਜੀ। ਧੰਨ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿੱਥੇ ਤਖਤ ਸ੍ਰੀ ਦਮਦਮਾ ਸਾਹਿਬ ਜੀ ਵਿਖੇ ਸ਼ਹੀਦ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਾ ਕਰਕੇ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਨੂੰ ਸਿਆਹੀ ਤਿਆਰ ਕਰਨ, ਕਲਮਾਂ ਕੱਢਣ, ਕਾਗਜ਼ ਦਾ ਪ੍ਰਬੰਧ ਕਰਨ, ਹੋਰ ਜ਼ਿੰਮੇਵਾਰੀਆਂ ਸੌਂਪ ਕਰਕੇ ਕੰਠੋਂ ਉਚਾਰ ਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸਰੂਪ ਲਿਖਵਾਇਆ। ਜਦੋਂ ਸੱਚੇ ਪਾਤਸ਼ਾਹ ਜੀ ਇੱਥੋਂ ਦੱਖਣ ਦੀ ਧਰਤੀ ਵੱਲ ਨੂੰ ਚੱਲੇ, ਰਸਤੇ ਵਿੱਚ ਸਤਿਗੁਰਾਂ ਨੇ ਵੱਖ ਵੱਖ ਥਾਵਾਂ 'ਤੇ ਪੜਾਅ ਕੀਤੇ। ਜਦੋਂ ਦਿੱਲੀ ਪੜਾਅ ਕੀਤਾ
ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ ਨੂੰ ਆਗਿਆ ਕੀਤੀ ਕਿ ਆਪ ਜੀ ਇੱਥੇ ਦਿੱਲੀ ਹੀ ਰਹਿਣਾ ਕਰੋ। ਮਾਤਾ ਸੁੰਦਰ ਕੌਰ ਜੀ ਦਿੱਲੀ ਹੀ ਰਹਿ ਪਏ, ਪਰ ਮਾਤਾ ਸਾਹਿਬ ਕੌਰ ਜੀ ਨੇ ਬਹੁਤ ਨਿਮਰਤਾ ਦੇ ਨਾਲ ਵੈਰਾਗ ਦੇ ਵਿੱਚ ਬੇਨਤੀ ਕੀਤੀ ਕਿ ਮੇਰੀ ਇੱਛਾ ਆਪ ਜੀ ਦੇ ਨਾਲ ਜਾਣ ਦੀ ਹੈ। ਸਤਿਗੁਰਾਂ ਨੇ ਪ੍ਰਵਾਨ ਕੀਤੀ। ਕਰਮ ਦਰ ਕਰਮ, ਪੜਾ ਦਰ ਪੜਾ, ਸੱਚੇ ਪਾਤਸ਼ਾਹ ਜੀ ਵੱਖ ਵੱਖ ਸ਼ਹਿਰਾਂ ਨਗਰਾਂ ਦੇ ਵਿੱਚ ਸੰਗਤਾਂ ਦਾ ਭਲਾ ਕਰਦੇ ਹੋਏ, ਤਾਰਦੇ ਹੋਏ ਦੱਖਣ ਦੇਸ਼ ਪਹੁੰਚੇ। ਜਦੋਂ ਨੰਦੇੜ ਸ਼ਹਿਰ ਪਹੁੰਚੇ, ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਥਾਪੜਾ ਦੇ ਕਰਕੇ ਪੰਜਾਬ ਵੱਲ ਤੋਰਿਆ। ਹੋਰ ਅਨੇਕਾਂ ਕੌਤਕ ਕੀਤੇ। ਇੱਕ ਦਿਨ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਮਾਤਾ ਸਾਹਿਬ ਕੌਰ ਜੀ ਨੂੰ ਕਿਹਾ ਕਿ ਤੁਸੀਂ ਹੁਣ ਆਪਣੀ ਵੱਡੀ ਭੈਣ ਸੁੰਦਰ ਕੌਰ ਜੀ ਕੋਲ ਦਿੱਲੀ ਚਲੇ ਜਾਓ, ਅਸੀਂ ਕਿਸੇ ਹੋਰ ਦੇਸ਼ ਨੂੰ ਜਾਣਾ। ਮਾਤਾ ਜੀ ਬਚਨ ਨਾ ਸਮਝੇ, ਕਹਿਣ ਲੱਗੇ, ਸਤਿਗੁਰੂ ਜਿੱਥੇ ਤੁਸੀਂ ਜਾਣਾ ਮੈਨੂੰ ਵੀ ਨਾਲ ਲੈ ਚੱਲੋ। ਸਤਿਗੁਰਾਂ ਕਿਹਾ, ਸਾਹਿਬ ਕੌਰ ਜੀ ਤੁਸੀਂ ਸਮਝੇ ਨਹੀਂ, ਉਸ ਦੇਸ਼ ਵਿੱਚ ਜਾਣ ਦੀ ਮਰਿਆਦਾ ਵੱਖਰੀ ਹੈ ਤੇ ਅਕਾਲ ਪੁਰਖ ਦਾ ਹੁਕਮ ਹੈ। ਉਸ ਹੁਕਮ ਦੇ ਅਨੁਸਾਰ ਆਪੋ ਆਪਣੀ ਵਾਰੀ ਨਾਲ ਸਾਰੇ ਚਲੇ ਜਾਂਦੇ ਹਨ। ਮਾਤਾ ਸਾਹਿਬ ਕੌਰ ਜੀ ਸਮਝ ਗਏ। ਇਤਿਹਾਸ ਬਹੁਤ ਲੰਬੇਰਾ ਪਰ ਸਮਾਂ ਸੀਮਿਤ ਹੈ। ਆਗਿਆ ਮੰਨ ਕੇ ਕੁਝ ਗੁਰਸਿੱਖਾਂ ਦੇ ਸਮੇਤ ਮਾਤਾ ਸਾਹਿਬ ਕੌਰ ਜੀ ਨੂੰ ਦਿੱਲੀ ਵੱਲ ਤੋਰ ਦਿੱਤਾ। ਸਤਿਗੁਰਾਂ ਗੁਰਸਿੱਖਾਂ ਨੂੰ ਇਹ ਵਿਦਿਤ ਕੀਤਾ ਕਿ ਹੁਣ ਅਸੀਂ ਸੱਚਖੰਡ ਬਿਆਨਾ ਕਰ ਜਾਣਾ। ਗੁਰਸਿੱਖ ਬਹੁਤ ਬੈਰਾਗ ਵਿੱਚ ਆਏ। ਸਤਿਗੁਰਾਂ ਨੇ ਦਰਸਾਇਆ ਕਿ ਗੁਰਸਿੱਖੋ, ਸਰੀਰ ਨਾਲ ਜੁੜੋਗੇ, ਵਿਛੜਨਾ ਵੀ ਹੋਵੇਗਾ, ਕਦੀ ਮਿਲਾਪ ਹੋ ਗਿਆ, ਕਦੀ ਵਿਛੋੜਾ ਹੋ ਗਿਆ, ਪਰ ਤੁਹਾਨੂੰ ਅਸੀਂ ਹੁਣ ਅਜਿਹੇ ਗੁਰੂ ਦੇ ਲੜ ਲਾ ਕਰਕੇ ਜਾਵਾਂਗੇ ਜੋ ਸਦੀਵ ਕਾਲ ਜੁਗੋ ਜੁਗ ਅਟਲ ਹੋਣਗੇ। ਜਿਹੜਾ ਵੀ ਇਸ ਗੁਰੂ ਦੇ ਨਾਲ ਜੁੜਿਆ ਰਹੇਗਾ ਫਿਰ ਉਸ ਦਾ ਵਿਛੋੜਾ ਕਦੀ ਵੀ ਨਹੀਂ ਹੋਵੇਗਾ। ਕੱਤਕ ਦੀ ਮੱਸਿਆ ਵਾਲੇ ਦਿਨ ਸੰਨ ਬਿਕਰਮੀ ਸੰਮਤ 1765 ਈਸਵੀ ਸੰਨ 1708 ਨੂੰ ਸੱਚੇ ਪਾਤਸ਼ਾਹ ਜੀ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਕਰਵਾ ਕਰਕੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਇਆ। ਕੱਤਕ ਸੁਦੀ ਦੂਜ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਤੋਂ ਉਪਰੰਤ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਤਾਬਿਆ ਸ਼ਹੀਦ ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਬਿਠਾਇਆ। 5 ਸਿੰਘ ਸਤਿਗੁਰਾਂ ਨੇ ਤਾਬਿਆ ਖੜੇ ਕੀਤੇ। ਸਤਿਕਾਰਯੋਗ ਭਾਈ ਧਰਮ ਸਿੰਘ ਜੀ 5 ਪਿਆਰੇ, ਸ਼ਹੀਦ ਬਾਬਾ ਦੀਪ ਸਿੰਘ ਜੀ, ਤੀਸਰੇ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਜਿਨ੍ਹਾਂ ਦਾ ਸ਼ਹੀਦਗੰਜ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਪਿਛਲੇ ਪਾਸੇ ਬਣਿਆ ਹੋਇਆ ਹੈ। ਚੌਥੇ ਭਾਈ ਸੰਤੋਖ ਸਿੰਘ ਜੀ ਜੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਲਾਂਗਰੀ ਦੀ ਸੇਵਾ ਨਿਭਾਉਂਦੇ ਸਨ। ਅਤੇ 5ਵੇਂ ਭਾਈ ਹਰ ਸਿੰਘ ਜੀ ਜੋ ਨੰਦੇੜ ਦੀ ਧਰਤੀ ਤੇ ਨਿੱਤਾ ਪ੍ਰਤੀ ਰੁਝਾਨ ਮੱਚਾ ਲਿਖਦੇ ਸਨ, ਸੱਚੇ ਪਾਤਸ਼ਾਹ ਜੀ ਦੇ ਕੌਤਕ ਜੋ ਨੋਟ ਕਰਦੇ ਸਨ, ਜਿਸ ਨੂੰ ਇਤਿਹਾਸ ਵਿੱਚ ਗੁਹਜ ਪੋਥੀ ਦਾ ਨਾਮ ਕਰਕੇ ਵੀ ਦਰਜ ਕੀਤਾ ਗਿਆ। ਇਹਨਾਂ 5 ਸਿੰਘਾਂ ਨੂੰ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਤਾਬਿਆ ਖੜੇ ਕਰਕੇ 5 ਪ੍ਰਕਰਮਾ ਕਰਕੇ 5 ਪੈਸੇ ਨਾਰੀਅਲ ਰੱਖ ਕਰਕੇ ਨਮਸਕਾਰ ਕਰਕੇ ਅੱਜ ਦੇ ਦਿਨ, ਅੱਜ ਵੀ ਕੱਤਕ ਸੁਦੀ ਦੂਜ ਦਾ ਦਿਨ ਹੈ। ਅੱਜ ਦੇ ਦਿਨ ਸੰਮਤ ਬਿਕਰਮੀ 1765 ਸੰਨ ਈਸਵੀ 1708 ਨੂੰ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ ਅਤੇ ਸਾਨੂੰ ਸਿੱਖਾਂ ਨੂੰ ਹੁਕਮ ਕੀਤਾ ਸੀ, ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ। ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਸਤਿਗੁਰਾਂ ਨੇ ਉਸ ਵੇਲੇ ਬਚਨ ਕਹੇ। ਭਾਈ ਹਰ ਸਿੰਘ ਜੀ ਨੇ ਜੋ ਰੋਜ਼ਾਨਾ ਡਾਇਰੀ ਲਿਖਦੇ ਸਨ, ਉਸ ਗੁਹਜ ਪੋਥੀ ਵਿੱਚ ਦਰਜ ਕੀਤੇ ਸਨ। ਪ੍ਰਾਤਨ ਗੁਰਸਿੱਖਾਂ ਨੇ ਉਸ ਪੋਥੀ ਦੇ ਦਰਸ਼ਨ ਕੀਤੇ, ਪਰ ਸਮਾਂ ਪਾ ਕਰਕੇ ਕਿਧਰੇ ਉਹ ਗੁੰਮ ਹੋ ਗਈ। ਇਨ੍ਹਾਂ ਹੀ ਸ਼ਬਦਾਂ ਨੂੰ ਪੰਥ ਪ੍ਰਕਾਸ਼ ਦੇ ਵਿੱਚ ਗਿਆਨੀ ਗਿਆਨ ਸਿੰਘ ਜੀ ਨੇ ਵੀ ਦਰਜ ਕੀਤਾ। ਸਤਿਗੁਰਾਂ ਨੇ ਹੁਕਮ ਕੀਤਾ ਸੀ ਕਿ ਜਿਹੜਾ ਮੇਰਾ ਸਿੱਖ ਹੈ, ਉਹ ਅੱਜ ਤੋਂ ਅਸੀਂ ਦੇਹ ਪ੍ਰਥਾ ਬੰਦ ਕੀਤੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ 10 ਪਾਤਸ਼ਾਹੀਆਂ ਦੀ ਹਾਜ਼ਰ ਨਾਜ਼ਰ ਜੋਤ ਜਾਣ ਕੇ ਮੰਨੇਗਾ। ਅੱਜ ਤੋਂ ਆਤਮਾ ਗ੍ਰੰਥ ਵਿੱਚ, ਸਰੀਰ ਸਾਡਾ ਪੰਥ ਵਿੱਚ। ਸਤਿਗੁਰਾਂ ਦੀ ਬਾਣੀ ਦੇ ਵਿੱਚ ਵੀ ਸਾਨੂੰ ਹੁਕਮ ਹੈ, ਜਾਗਤ ਜੋਤ ਜਪੈ ਨਿਸ ਬਾਸੁਰ ਏਕ, ਬਿਨਾ ਮਨ ਨੈਕ ਨ ਆਨੈ। ਪੂਰਨ ਪ੍ਰੇਮ ਪ੍ਰਤੀਤ ਸੱਜੈ, ਬ੍ਰਤ ਗੋਰ ਮੜੀ ਮਟ ਭੂਲ ਨਾ ਮਾਨੈ। ਬੜੇ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ। ਉਸ ਵੇਲੇ ਕੱਤਕ ਸੁਦੀ ਤੀਜ ਅਤੇ ਚੌਥ ਨੂੰ 2 ਦਿਨ ਦੀਵਾਨ ਵੀ ਸਜਾਇਆ। ਜੋ ਸੱਚੇ ਪਾਤਸ਼ਾਹ ਜੀ ਨੇ ਗੁਰਸਿੱਖਾਂ ਨੂੰ ਉਸ ਵੇਲੇ ਹੁਕਮ ਕੀਤੇ, ਉਹ ਉਸ ਵੇਲੇ ਗੁਰਸਿੱਖਾਂ ਨੇ ਲਿਖੇ। ਜੋ ਅੱਜ ਸਾਨੂੰ, ਜਿਨ੍ਹਾਂ ਨੂੰ ਅਸੀਂ 52 ਹੁਕਮ ਕਹਿੰਦੇ ਹਾਂ, ਉਹ ਉਹਨਾਂ ਦਿਨਾਂ ਵਿੱਚ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਪੰਥ ਨੂੰ ਕੀਤੇ ਤੇ ਹੁਕਮ ਕੀਤਾ ਸੀ ਕਿ ਜੋ ਗੁਰੂ ਕਾ ਸਿੱਖ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਗੁਰੂ ਮੰਨਦਾ ਹੈ, ਉਹ ਕਿਸੇ ਮੱਟ ਨੂੰ ਨਹੀਂ ਮੰਨੇਗਾ, ਮੜੀ ਨੂੰ ਨਹੀਂ ਮੰਨੇਗਾ, ਮੂਰਤੀ ਨੂੰ ਨਹੀਂ ਮੰਨੇਗਾ, ਕਿਸੇ ਦਰਖਤ ਦੀ, ਕਿਸੇ ਵੀ ਹੋਰ ਦੀ ਪੂਜਾ ਨਹੀਂ ਕਰੇਗਾ, ਕਿਸੇ ਦੇ ਵੀ ਚਰਨਾਂ ਤੇ ਨਹੀਂ ਢਵੇਗਾ। ਕੇਵਲ ਤੇ ਕੇਵਲ ਉਸ ਦਾ ਮਸਤਕ ਜਦੋਂ ਵੀ ਝੁਕੇਗਾ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਹੀ ਝੁਕੇਗਾ। ਆਪ ਸਮੂਹ ਸੰਗਤਾਂ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਗੁਰਿਆਈ ਗੁਰਪੁਰਬ ਦੀ ਬੇਅੰਤ ਬੇਅੰਤ ਵਧਾਈ ਹੋਵੇ ਜੀ। ਦੂਸਰਾ ਜੋ ਅੱਜ ਦਾ ਮਹਾਨ ਇਤਿਹਾਸਕ ਦਿਹਾੜਾ, ਅਮਰ ਸ਼ਹੀਦ ਕਥਨੀ ਕਰਨੀ ਦੇ ਪੂਰੇ ਅਤੇ ਸੂਰੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਸ਼ਹੀਦੀ ਦਿਹਾੜਾ। ਸਮਾਂ ਸੀਮਤ ਹੈ, ਆਪਾਂ ਕੇਵਲ ਸੰਬੰਧਿਤ ਦਿਹਾੜਿਆਂ ਦੇ ਨਾਲ ਟੂਕ ਮਾਤਰ ਆਪ ਸੰਗਤਾਂ ਨਾਲ ਸਾਂਝ ਪਾਵਾਂਗੇ। ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਜਨਮ ਪਿੰਡ ਪਹੂਵਿੰਡ, ਪਿਤਾ ਭਾਈ ਭਗਤਾ ਜੀ, ਮਾਤਾ ਜਿਉਣੀ ਕੌਰ ਜੀ ਦੀ ਕੁੱਖ ਤੋਂ ਹੋਇਆ। ਤਕਰੀਬਨ 18 ਕੁ ਸਾਲ ਦੀ ਉਮਰ ਵਿੱਚ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਮਾਤਾ ਪਿਤਾ ਨਾਲ ਗਏ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲੋਂ ਆਪ ਜੀ ਨੇ ਅੰਮ੍ਰਿਤ ਛਕਿਆ। ਬਚਪਨ ਦਾ ਨਾਮ ਦੀਪਾ ਸੀ। ਅੰਮ੍ਰਿਤ ਛਕਣ ਤੋਂ ਉਪਰੰਤ ਆਪ ਜੀ ਦਾ ਨਾਮ ਦੀਪ ਸਿੰਘ ਹੋਇਆ। ਉੱਥੇ ਫਿਰ ਕੁਝ ਸਮਾਂ ਬਾਬਾ ਜੀ ਰਹੇ। ਸ਼ਹੀਦ ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਕੋਲੋਂ ਗੁਰਮਤਿ ਦੀ ਵਿਦਿਆ ਪ੍ਰਾਪਤ ਕੀਤੀ। ਉੱਥੇ ਹੀ ਆਪ ਜੀ ਨੇ ਸ਼ਾਸਤਰ ਵਿਦਿਆ ਪ੍ਰਾਪਤ ਕੀਤੀ ਤੇ ਜਦੋਂ ਸੱਚੇ ਪਾਤਸ਼ਾਹ ਜੀ ਸ਼੍ਰੀ ਦਮਦਮਾ ਸਾਹਿਬ ਜੀ ਵਿਖੇ ਪਾਵਨ ਸਰੂਪ ਲਿਖਾਇਆ ਕੰਠੋਂ ਉਚਾਰ ਕੇ, ਉੱਥੇ ਵੀ ਆਪ ਜੀ ਸੇਵਾ ਵਿੱਚ ਹਾਜ਼ਰ ਰਹੇ। ਜਦੋਂ ਸਤਿਗੁਰੂ ਦੱਖਣ ਦੀ ਧਰਤੀ ਨੂੰ ਚੱਲ ਪਏ ਤੇ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦਾ ਜਥੇਦਾਰ ਥਾਪ ਕੇ ਗਏ ਤੇ ਹੁਕਮ ਕੀਤਾ, ਆਪ ਜੀ ਨੇ ਗੁਰਬਾਣੀ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ, ਅੰਮ੍ਰਿਤ ਛਕਾਉਣ ਦੀ ਸੇਵਾ ਵੀ ਆਪ ਜੀ ਨੇ ਨਿਭਾਉਣੀ। 12 ਮਿਸਲਾਂ ਪੰਥ ਵਿੱਚ ਹੋਈਆਂ ਜੋ ਬਹੁਤ ਪ੍ਰਸਿੱਧ। ਉਹਨਾਂ ਵਿੱਚੋਂ ਇੱਕ ਮਿਸਲ ਸੀ ਸ਼ਹੀਦ ਮਿਸਲ, ਜਿਸ ਦੇ ਮੁਖੀ ਵੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਹੋਏ। ਆਪ ਜੀ ਨੇ
ਚਾਰ ਸਵਰੂਪ ਕਲਮ ਨਾਲ ਲਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ, ਜੋ ਅੱਜ ਵੀ 4 ਤਖਤਾਂ ਉੱਪਰ ਸਭਾਏਮਾਨ ਹਨ। 5ਵਾਂ ਤਖਤ ਬਾਅਦ ਵਿੱਚ ਬਣਿਆ ਜੀ। ਜਿਸ ਸਰੂਪ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜਲੌ ਵਾਲੇ ਦਿਨ ਪ੍ਰਕਾਸ਼ ਕੀਤਾ ਜਾਂਦਾ, ਜਿਸ ਨੂੰ ਅੱਜ ਕੱਲ੍ਹ ਸੋਨੇ ਦੀ ਜਿਲਦ ਚੜ੍ਹੀ ਹੋਈ ਹੈ, ਉਹ ਪਾਵਨ ਸਵਰੂਪ ਵੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਹੱਥਾਂ ਦਾ ਲਿਖਿਆ ਹੋਇਆ। ਇੱਕ ਸਰੂਪ ਬਾਬਾ ਜੀ ਨੇ ਅਰਬੀ ਭਾਸ਼ਾ ਦੇ ਵਿੱਚ ਵੀ ਲਿਖਿਆ, ਜੋ ਕਿ ਅਰਬ ਦੇਸ਼ਾਂ ਤੋਂ ਸਿੱਖਾਂ ਨੇ ਮੰਗ ਕੀਤੀ ਸੀ। ਸਮਾਂ ਆਪਣੀ ਚਾਲ ਚੱਲਦਾ ਗਿਆ। ਸੰਨ 1757 ਜਨਵਰੀ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ਉੱਪਰ ਹਮਲਾ ਕੀਤਾ। ਆਗਰਾ, ਦਿੱਲੀ, ਵੱਖ-ਵੱਖ ਸ਼ਹਿਰਾਂ ਨੂੰ ਲੁੱਟਦਾ ਹੋਇਆ, ਧਨ ਪਦਾਰਥ ਇਕੱਠਾ ਕਰਦਾ ਹੋਇਆ ਵੱਖ-ਵੱਖ ਸ਼ਹਿਰਾਂ ਤੋਂ, ਇਸ ਹਿੰਦੁਸਤਾਨ ਦੀ ਧਰਤੀ ਤੋਂ ਬਹੁ ਬੇਟੀਆਂ ਨੂੰ ਵੀ ਗੁਲਾਮ ਬਣਾਉਂਦਾ ਹੋਇਆ ਉਹ ਮਾਰੋ ਮਾਰ ਕਰਦਾ ਚੱਲਿਆ ਆ ਰਿਹਾ ਸੀ। ਸ਼ਾਹਬਾਦ ਮਾਰਕੰਡਾ ਲਾਗੇ ਉਸਨੇ ਤਕਰੀਬਨ ਅਪ੍ਰੈਲ 1757 ਦੇ ਵਿੱਚ ਪੜਾਅ ਕੀਤਾ ਸੀ। ਜਦੋਂ ਸਿੰਘ ਸੂਰਮਿਆਂ ਨੂੰ ਪਤਾ ਲੱਗਾ, ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ, ਬਾਬਾ ਦੀਪ ਸਿੰਘ ਜੀ ਸ਼ਹੀਦ, ਹੋਰ ਗੁਰਸਿੱਖਾਂ ਨੇ ਗੁਰੀਲਾ ਯੁੱਧ ਨੀਤੀ ਦੇ ਅਨੁਸਾਰ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਉੱਪਰ ਹਮਲਾ ਕੀਤਾ। ਧਨ ਪਦਾਰਥ ਵੀ ਲੁੱਟ ਕੇ ਗਰੀਬਾਂ ਵਿੱਚ ਵੰਡ ਦਿੱਤਾ। ਬਹੁ ਬੇਟੀਆਂ ਨੂੰ ਛੁਡਾ ਕਰਕੇ ਉਹਨਾਂ ਦੇ ਘਰੋਂ ਘਰੀ ਪਹੁੰਚਾਇਆ। ਅਟਾਰੀ ਤੱਕ ਸਿੰਘਾਂ ਨੇ ਅਹਿਮਦ ਸ਼ਾਹ ਅਬਦਾਲੀ ਦਾ ਪਿੱਛਾ ਕੀਤਾ। ਲਾਹੌਰ ਜਾ ਕੇ ਇਸ ਨੇ ਸਾਹ ਲਿਆ। ਉੱਥੇ ਫਿਰ ਇਸ ਨੇ ਦਰਬਾਰ ਲਗਾਇਆ। ਪਤਾ ਕੀਤਾ, ਕਹਿਣ ਲੱਗਾ, ਹਿੰਦੁਸਤਾਨ ਦੇ ਵਿੱਚ ਕੋਈ ਵੀ ਮੇਰੇ ਅੱਗੇ ਨਹੀਂ ਅੜਿਆ। ਇਹ ਕੌਣ ਹੈ ਜਿਨ੍ਹਾਂ ਨੇ ਮੈਨੂੰ ਭਾਜੜ ਪਾ ਦਿੱਤੀ, ਮੈਨੂੰ ਪਤਾ ਹੀ ਨਹੀਂ ਲੱਗਣ ਦਿੱਤਾ, ਪਰ ਜੋ ਲੁੱਟ ਮਾਲ ਅਸਬਾਬ ਧਨ ਪਦਾਰਥ ਸੀ ਸਾਰਾ ਹੀ ਇਹਨਾਂ ਨੇ ਖੋਹ ਲਿਆ। ਉੱਥੇ ਫਿਰ ਇੱਕ ਕਾਜੀ ਉੱਠਿਆ। ਉਸ ਨੇ ਦੱਸਿਆ, ਇਹ ਗੁਰੂ ਕੇ ਸਿੱਖ ਹਨ, ਇਹ ਅੰਮ੍ਰਿਤ ਦੀ ਦਾਤ ਛਕਦੇ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਇਹਨਾਂ ਦਾ ਕੇਂਦਰੀ ਸਥਾਨ ਹੈ। ਉੱਥੇ ਇੱਕ ਸਰੋਵਰ ਹੈ, ਉਸ ਦੇ ਵਿੱਚ ਇਹ ਇਸ਼ਨਾਨ ਕਰਕੇ ਇਹਨਾਂ ਨੂੰ ਰੂਹਾਨੀ ਸ਼ਕਤੀ ਮਿਲਦੀ ਹੈ। ਉੱਥੇ ਇਹ ਸਿਮਰਨ ਕਰਦੇ, ਕੀਰਤਨ ਸਰਵਣ ਕਰਦੇ ਹੈ। ਪਤਾ ਨਹੀਂ ਇਹਨਾਂ ਦੇ ਵਿੱਚ ਕਿਹੜੀ ਸ਼ਕਤੀ ਇਹਨਾਂ ਦਾ ਗੁਰੂ ਭਰ ਦਿੰਦਾ, ਇਹ ਮਰਨ ਮਾਰਨ ਤੋਂ ਨਹੀਂ ਡਰਦੇ ਤੇ ਆਪਣੇ ਪੰਥ ਦੀ ਖਾਤਰ ਇਹ ਜਾਨਾਂ ਹੂਲ ਕੇ ਲੜਦੇ ਹਨ। ਅਹਿਮਦ ਸ਼ਾਹ ਅਬਦਾਲੀ ਆਪ ਤੇ ਚਲਾ ਗਿਆ। ਆਪਣੇ ਪੁੱਤਰ ਤੈਮੂਰ ਨੂੰ ਲਾਹੌਰ ਦਾ ਜ਼ਿੰਮੇਵਾਰ ਥਾਪ ਕੇ ਕਹਿਣ ਲੱਗਾ, ਇਹਨਾਂ ਦਾ ਕੇਂਦਰੀ ਸਥਾਨ ਢਾਹ ਦਿੱਤਾ ਜਾਵੇ, ਉਹ ਸਰੋਵਰ ਵੀ ਪੂਰ ਦਿੱਤਾ ਜਾਵੇ ਜਿੱਥੋਂ ਇਹ ਰੂਹਾਨੀ ਸ਼ਕਤੀ ਪ੍ਰਾਪਤ ਕਰਦੇ ਆ। ਉਸ ਦੇ ਪੁੱਤਰ ਤੈਮੂਰ ਨੇ ਫਿਰ ਜਹਾਨ ਖਾਨ ਨੂੰ ਫੌਜਾਂ ਦੇ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੇ ਚੜ੍ਹਾਈ ਕਰਵਾਈ। ਜਹਾਨ ਖਾਨ ਨੇ, ਗੁਰਸਿੱਖਾਂ ਨੇ ਇੱਥੇ ਅੰਮ੍ਰਿਤਸਰ ਸਾਹਿਬ ਜੀ ਵਿਖੇ ਰਾਮ ਰੌੜੀ ਦਾ ਇੱਕ ਕਿਲ੍ਹਾ ਵੀ ਬਣਾਇਆ ਸੀ, ਉਹ ਵੀ ਢਾਹ ਦਿੱਤਾ ਫੌਜਾਂ ਨੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਸਰੋਵਰ ਪੂਰ ਦਿੱਤਾ ਗਿਆ। ਇੱਥੋਂ ਤੱਕ ਜ਼ਿਕਰ ਮਿਲਦਾ ਸਰੋਵਰ ਪੂਰ ਕੇ ਜਿਉਂ ਬੀਜ ਦਿੱਤੇ ਗਏ ਸਨ। ਇੱਥੋਂ ਫਿਰ ਇੱਕ ਭਾਗ ਸਿੰਘ ਨਾਮੀ ਨਿਹੰਗ ਸਿੰਘ ਦਮਦਮਾ ਸਾਹਿਬ ਗਿਆ। ਬਾਬਾ ਦੀਪ ਸਿੰਘ ਜੀ ਨੂੰ ਖਬਰ ਦਿੱਤੀ ਕਿ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਸਰੋਵਰ ਪੂਰ ਦਿੱਤਾ ਗਿਆ। ਉੱਥੇ ਉਹਨਾਂ ਦੁਸ਼ਟਾਂ ਨੇ ਕਬਜ਼ਾ ਕਰ ਲਿਆ। ਇਸ ਬਜ਼ੁਰਗ ਬਾਬੇ ਨੇ, ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਨੇ ਫਿਰ ਕਲਮ ਰੱਖੀ। 18 ਸੇਰ ਦਾ ਖੰਡਾ ਚੁੱਕਿਆ ਤੇ ਅਰਦਾਸਾ ਕਰਕੇ ਫਿਰ ਉੱਥੋਂ ਚੱਲ ਪਏ। ਕਰਮ ਦਰ ਕਰਮ, ਪੜਾ ਦਰ ਪੜਾ ਪੈਂਦਾ ਤੈਅ ਕਰਦੇ ਹੋਏ ਬਾਬਾ ਜੀ ਸ੍ਰੀ ਤਰਨਤਾਰਨ ਸਾਹਿਬ ਜੀ ਵਿਖੇ ਪਹੁੰਚੇ। ਇੱਥੇ ਕੜਾਹ ਪ੍ਰਸ਼ਾਦੀ ਦੇ ਕਰਵਾਈ, ਅਰਦਾਸ ਕੀਤੀ। ਦੋਏ ਕਰ ਜੋੜ ਕਰੋ ਅਰਦਾਸ, ਤੁਧ ਭਾਵੈ ਤਾਂ ਆਣੇ ਰਾਸ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਿਰ ਤੇ ਮਿਹਰ ਭਰਿਆ ਹੱਥ ਰੱਖਿਓ। ਜਦੋਂ ਤੱਕ ਅਸੀਂ ਉਹਨਾਂ ਜ਼ਾਲਮਾਂ ਦੇ ਕੋਲੋਂ ਆਪ ਜੀ ਦਾ ਅਸਥਾਨ ਆਜ਼ਾਦ ਨਹੀਂ ਕਰਵਾ ਲੈਂਦੇ, ਤਦੋਂ ਤੱਕ ਮੈਂ ਸ਼ਹੀਦ ਨਹੀਂ ਹੋਵਾਂਗਾ। ਤੁਸੀਂ ਕਿਰਪਾ ਕਰਿਓ, ਮੇਰੀ ਇਹ ਅਰਦਾਸ ਪੂਰੀ ਹੋ ਜਾਵੇ। ਗੁਰੂ ਨੇ ਮਿਹਰ ਕੀਤੀ, ਸਿੱਖ ਨੇ ਅਰਦਾਸ ਕੀਤੀ।
ਤੇ ਗੁਰੂ ਨੇ ਉਸ ਅਰਦਾਸ ਨੂੰ ਭਾਗ ਲਾਇਆ। ਉੱਥੋਂ ਨਿਕਲ ਕੇ ਫਿਰ ਬਾਬਾ ਜੀ ਨੇ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਲਕੀਰ ਸਾਹਿਬ ਹੈ, ਲਕੀਰ ਖਿੱਚੀ। ਇਤਿਹਾਸ ਕਹਿੰਦਾ ਇੱਥੋਂ ਤੱਕ ਪਹੁੰਚਦਿਆਂ ਤਕਰੀਬਨ 10,000 ਗਿਣਤੀ ਸੂਰਮਿਆਂ ਦੀ ਬਾਬਾ ਜੀ ਦੇ ਨਾਲ ਹੋ ਚੁੱਕੀ ਸੀ। ਬਾਬਾ ਜੀ ਨੇ ਕਿਹਾ, ਹਾਲੇ ਵੀ ਜਿਸ ਨੂੰ ਘਰ ਦਾ ਮੋਹ, ਧੀਆਂ ਪੁੱਤਰਾਂ ਦਾ ਮੋਹ, ਪਦਾਰਥਾਂ ਦਾ ਮੋਹ, ਉਹ ਵਾਪਸ ਜਾ ਸਕਦਾ। ਇਸ ਲਕੀਰ ਨੂੰ ਉਹ ਟੱਪੇ ਜਿਸ ਨੂੰ ਜਾਓ ਤਉ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ ਦੇ ਮਾਂ ਵਾਕਾਂ ਵਾਲਾ ਚਾਹ ਹੈ। ਇਤਿਹਾਸਕਾਰ ਕਹਿੰਦੇ ਸਾਰੇ ਹੀ ਸਿੰਘ ਸੂਰਮੇ ਲਕੀਰ ਟੱਪ ਗਏ। ਇੱਧਰੋਂ 65,000 ਫੌਜ ਲੈ ਕਰਕੇ ਇਹ ਜੋ ਨਗਰ ਝੱਬਾ ਗੋਲਵਾੜ, ਇਸ ਅਸਥਾਨ ਤੇ ਜਹਾਨ ਖਾਂ ਪਹੁੰਚਿਆ। ਉੱਧਰੋਂ ਬਾਬਾ ਦੀਪ ਸਿੰਘ ਜੀ ਸ਼ਹੀਦ ਆਏ, ਨਾਲ ਹੋਰ ਬੇਅੰਤ ਸਿੰਘ ਸੂਰਮੇ ਸਨ। ਇੱਥੇ ਫਿਰ ਲਹੂ ਡੋਲਵੀਂ ਲੜਾਈ ਹੋਈ। ਧੰਨ ਧੰਨ ਬਾਬਾ ਨੌਧ ਸਿੰਘ ਜੀ ਵੀ ਇੱਥੇ ਬੇਅੰਤ ਜ਼ਾਲਮਾਂ ਨੂੰ ਮੌਤ ਦੇ ਘਾਟ ਉਤਾਰਦੇ ਹੋਇਆਂ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ, ਜਿਨ੍ਹਾਂ ਦਾ ਸ਼ਹੀਦਗੰਜ ਅੱਜ ਵੀ ਉਸ ਅਸਥਾਨ ਤੇ ਬਣਿਆ ਹੋਇਆ। ਭਾਈ ਦਿਆਲ ਸਿੰਘ ਜੀ ਨੇ ਜਹਾਨ ਖਾਂ ਹਾਥੀ ਦੀ ਅੰਬਾਰੀ ਵਿੱਚ ਉੱਪਰ ਬੈਠਾ ਹੋਇਆ ਸੀ, ਉਸ ਨੂੰ ਮੌਤ ਦੇ ਘਾਟ ਉਤਾਰਿਆ। ਬੇਅੰਤ ਸਿੰਘ ਸੂਰਮਿਆਂ ਨੇ ਇੱਥੇ ਸ਼ਹਾਦਤ ਦਾ ਜਾਮ ਪੀਤਾ। ਜਮਾਲ ਖਾਨ ਨੇ ਬਾਬਾ ਜੀ ਨੂੰ ਵੰਗਾਰਿਆ ਕਿ ਮੇਰੇ ਨਾਲ 2 ਹੱਥ ਕਰਕੇ ਵੇਖੋ। ਕਹਿੰਦੇ ਉਹ ਬਹੁਤ ਬਲੀ ਸੂਰਮਾ ਸੀ, ਜਿਸਮਾਨੀ ਤੌਰ ਤੇ, ਸਰੀਰਕ ਤੌਰ ਤੇ ਬਹੁਤ ਉਸ ਦੇ ਵਿੱਚ ਬਲ ਸੀ, ਤੇ ਬੜਾ ਲੰਮਾ ਸਮਾਂ ਇਹਨਾਂ ਦੋਨਾਂ ਸੂਰਮਿਆਂ ਦੀ ਲੜਾਈ ਹੁੰਦੀ ਰਹੀ। ਓੜਕ ਨੂੰ ਸਾਂਝਾ ਵਾਰ ਹੋਇਆ ਤੇ ਦੋਹਾਂ ਦੇ ਸਿਰ ਲੱਥ ਗਏ। ਪਰ ਜੋ ਜਿਸਮਾਨੀ ਤਾਕਤ ਹੈ, ਜੋ ਸਰੀਰਕ ਬਲ ਹੈ ਨਾ, ਉਹ ਫਿਰ ਜਦੋਂ ਧੜ ਵੱਖਰਾ ਹੋ ਗਿਆ ਜਮਾਲ ਖਾਨ ਦਾ, ਉਸ ਦਾ ਉੱਥੇ ਹੀ ਮੁੱਕ ਗਿਆ। ਪਰ ਗੁਰੂ ਕਾ ਸਿੱਖ, ਅੰਮ੍ਰਿਤ ਦੀ ਸ਼ਕਤੀ, ਬਾਣੀ ਦੀ ਸ਼ਕਤੀ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੀ ਸ਼ਕਤੀ, ਇੱਥੋਂ ਫਿਰ ਅੱਗੇ ਰੂਹਾਨੀ ਖੇਡ ਸ਼ੁਰੂ ਹੁੰਦੀ ਹੈ। ਉਹ ਫਿਰ ਰੂਹਾਨੀ ਖੇਡ ਸਿੱਖ ਨੇ ਕਿਹਾ, ਬਾਬਾ ਜੀ ਆਪ ਜੀ ਦੀ ਅਰਦਾਸ ਸੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਘਰ ਵਿਖੇ ਜਾ ਕੇ ਸ਼ਹਾਦਤ ਪ੍ਰਾਪਤ ਕਰਨੀ। ਇਹ ਫਿਰ ਰੂਹਾਨੀ ਸ਼ਕਤੀ, ਅੰਮ੍ਰਿਤ ਦੀ ਸ਼ਕਤੀ, ਖੰਡੇ ਬਾਟੇ ਦੇ ਅੰਮ੍ਰਿਤ ਦੀ ਸ਼ਕਤੀ, ਬਾਣੀ ਦੀ ਸ਼ਕਤੀ, ਗੁਰੂ ਦੀਆਂ ਰਹਿਮਤਾਂ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼, ਖੱਬੇ ਹੱਥ ਦੀ ਤਲੀ ਤੇ ਬਾਬਾ ਦੀਪ ਸਿੰਘ ਜੀ ਨੇ ਸੀਸ ਰੱਖਿਆ। ਸੱਜੇ ਹੱਥ ਨਾਲ 18 ਸ਼ੇਰ ਦਾ ਖੰਡਾ ਵਾਹੁੰਦੇ ਹੋਏ, ਦੁਸ਼ਮਣਾਂ ਦੇ ਆਹੂ ਲਾਉਂਦੇ ਹੋਏ ਦੱਖਣ ਦੀ ਬਾਹੀ ਦੇ ਰਾਹੀਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਘਰ ਵਿਖੇ ਆਣ ਕਰਕੇ ਕੋਈ ਕੜਾ ਪ੍ਰਸ਼ਾਦ ਚੜਾਉਂਦਾ, ਕੋਈ ਮਾਇਆ ਚੜਾਉਂਦਾ, ਕੋਈ ਬਸਤਰ ਚੜਾਉਂਦਾ। ਪਰ ਇਸ ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਨੇ ਸੀਸ ਭੇਟ ਕੀਤਾ ਆਣ ਕੇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਕਮਲਾਂ ਦੇ ਵਿੱਚ ਸੀਸ ਭੇਟ ਕਰਕੇ ਸ਼ਹੀਦੀ ਪ੍ਰਾਪਤ ਕੀਤੀ। ਗੁਰਸਿੱਖੋ, ਕਿੰਤੂ ਪਰੰਤੂ ਕਰਨਾ ਸੌਖਾ। ਨਾ ਅੱਜ ਅਬਦਾਲੀ ਦਾ ਨਾਂ ਲੱਭਦਾ, ਨਾ ਤਮੂਰ ਦਾ ਨਾਮ ਲੱਭਦਾ, ਨਾ ਜਹਾਨ ਖਾਨ ਦਾ, ਨਾ ਜਮਾਲ ਖਾਨ ਦਾ, ਪਰ ਬਾਣੀ ਪੜ੍ਹਨ ਵਾਲਿਆਂ ਦੀ ਤਾਕਤ, ਗੁਰੂ ਦੇ ਚਰਨਾਂ ਕਮਲਾਂ ਨੂੰ ਸਮਰਪਿਤ ਹੋ ਕੇ ਚੱਲਣ ਵਾਲਿਆਂ ਦੀ। ਅੱਜ ਜਿਸ ਅਸਥਾਨ ਤੇ ਉਸ ਮਹਾਨ ਸ਼ਹੀਦ ਦਾ ਸੰਸਕਾਰ ਕੀਤਾ ਸੀ ਨਾ, ਮੱਥਾ ਟੇਕਣ ਵਾਸਤੇ ਕਈ ਘੰਟੇ ਲੈਣਾ ਲੱਗਦੀਆਂ, ਜਗ੍ਹਾ ਨਹੀਂ ਮਿਲਦੀ ਬੈਠਣ ਵਾਸਤੇ। ਇਹ ਸਾਰੀ ਤਾਕਤ ਨਾਮ ਦੀ, ਬਾਣੀ ਦੀ, ਗੁਰੂ ਦੀ ਮਿਹਰ ਦੀ, ਅੰਮ੍ਰਿਤ ਦੀ ਸ਼ਕਤੀ ਦੀ ਤੇ ਗੁਰੂ ਦੇ ਚਰਨਾਂ ਕਮਲਾਂ ਉੱਪਰ ਭਰੋਸਾ ਰੱਖਣ ਦੀ ਹੈ। ਅੱਜ ਐਤਵਾਰ ਦਾ ਜਦੋਂ ਦਿਹਾੜਾ ਹੁੰਦਾ, ਬੈਠਣ ਨੂੰ ਥਾਂ ਨਹੀਂ ਮਿਲਦੀ ਸੰਗਤਾਂ ਨੂੰ, ਪਰ ਇਹ ਜਿਨ੍ਹਾਂ ਨੇ ਗੁਰੂ ਚਰਨਾਂ ਨੂੰ ਸਾਰਾ ਜੀਵਨ ਸਮਰਪਿਤ ਕਰਕੇ ਗੁਰੂ ਦੇ ਬਚਨਾਂ ਤੇ ਪਹਿਰਾ ਦਿੱਤਾ, ਗੁਰੂ ਦੇ ਦੱਸੇ ਹੁਕਮ ਤੇ ਚੱਲੇ, ਇਹ ਸਾਰਾ ਕੁਝ ਉਸ ਦੀ ਬਦੌਲਤ ਹੈ। ਆਪਣੀ ਮੱਤ ਨਹੀਂ ਲਿਆਂਦੀ। ਅੱਜ ਦਾ ਹੁਕਮ ਵੀ
ਸਤਿਗੁਰਾਂ ਨੇ ਇਹੋ ਹੀ ਦਿੱਤਾ ਕਿ ਮਨ ਦੀ ਮੱਤ ਮਗਲ ਚੱਲਣ ਵਾਲਿਆਂ ਦਾ ਕੀ ਹਾਲ ਹੁੰਦਾ, ਤੇ ਜਿਹੜੇ ਗੁਰੂ ਦੀ ਮੱਤ ਦੇ ਪਿੱਛੇ ਚੱਲਦੇ ਐ ਉਹਨਾਂ ਨੂੰ ਫਿਰ ਰਹਿਮਤਾਂ ਬਖਸ਼ਿਸ਼ਾਂ ਕਈ ਮਿਲਦੀਆਂ। ਸਾਡੀ ਸਾਰਿਆਂ ਦੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਉਹਨਾਂ ਦੀ ਸ਼ਹਾਦਤ ਨੂੰ ਕੋਟਾਨ ਕੋਟ ਨਮਸਕਾਰ। ਤੀਸਰਾ ਅੱਜ ਦਾ ਦਿਹਾੜਾ ਸਿੱਖ ਪੰਥ ਦੀ ਨੁਮਾਇੰਦਾ ਧਾਰਮਿਕ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੱਜ ਸਥਾਪਨਾ ਦਿਵਸ ਹੈ। ਸੰਨ 1849 ਤੋਂ ਬਾਅਦ ਅਸਿੱਧੇ ਰੂਪ ਦੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਦਾ ਪ੍ਰਬੰਧ ਅੰਗਰੇਜ਼ਾਂ ਨੇ ਅਸਿੱਧੇ ਰੂਪ ਵਿੱਚ ਲੈ ਲਿਆ ਹੋਇਆ ਸੀ। ਸਰਬਰਾਹ ਲਾ ਦਿੱਤੇ ਸਨ ਉਹਨਾਂ ਨੇ ਸਾਰੇ ਗੁਰਦੁਆਰਿਆਂ ਵਿੱਚ ਆਪਣੇ। ਉਹ ਸਰਬਰਾਹ ਫਿਰ ਗੁਰਦੁਆਰਿਆਂ ਦੇ ਵਿੱਚ ਪੁਜਾਰੀ ਧਾਰਮਿਕ ਬੰਦੇ ਉਹ ਨਿਯੁਕਤ ਕਰਦੇ ਸਨ ਜੋ ਉਹਨਾਂ ਦੀ ਬੋਲੀ ਬੋਲਦੇ ਸਨ। ਇਸ ਦੀ ਇੱਕ ਮਿਸਾਲ 12 ਅਕਤੂਬਰ 1920 ਨੂੰ ਜਲਿਆਂਵਾਲੇ ਬਾਗ ਦੇ ਵਿੱਚ ਇੱਕ ਬਹੁਤ ਵੱਡਾ ਸਿੱਖ ਸਰਦਾਰਾਂ ਨੇ ਗੁਰਮਤਿ ਸਮਾਗਮ ਕਰਵਾਇਆ, ਅੰਮ੍ਰਿਤ ਸੰਚਾਰ ਕਰਵਾਇਆ। ਬਹੁਤ ਜ਼ਿਆਦਾ ਭਾਰੀ ਗਿਣਤੀ ਵਿੱਚ ਗੁਰਸਿੱਖਾਂ ਨੇ ਅੰਮ੍ਰਿਤ ਛਕਿਆ। ਉਹਨਾਂ ਸਾਰਿਆਂ ਨੂੰ ਲੈ ਕਰਕੇ ਕੜਾਹ ਪ੍ਰਸ਼ਾਦੀ ਦੇਗ ਲੈ ਕਰਕੇ 12 ਅਕਤੂਬਰ 1920 ਨੂੰ ਜਦੋਂ ਇਹ ਸਾਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਨਮਸਕਾਰ ਕਰਨ ਆਏ ਤੇ ਉਸ ਵੇਲੇ ਦੇ ਜੋ ਪੁਜਾਰੀ ਅੰਗਰੇਜ਼ਾਂ ਦੇ ਪਿੱਠੂ ਬਣ ਚੁੱਕੇ ਸਨ ਉਹਨਾਂ ਨੇ ਕਿਹਾ, ਤੁਸੀਂ ਨੀਵੀਆਂ ਜਾਤਾਂ ਦੇ ਹੋ, ਤੁਹਾਡੀ ਅਰਦਾਸ ਨਹੀਂ ਹੋ ਸਕਦੀ, ਤੁਹਾਡਾ ਕੜਾਹ ਪ੍ਰਸ਼ਾਦ ਇੱਥੇ ਪ੍ਰਵਾਨ ਨਹੀਂ ਹੋ ਸਕਦਾ। ਪਰ ਗੁਰਸਿੱਖਾਂ ਨੇ ਕਿਹਾ, ਗੁਰੂ ਦੀ ਮੱਤ ਤੇ ਚੱਲੋ, ਸਤਿਗੁਰ ਕੈ ਜਨਮੇ ਗਵਨ ਮਿਟਾਇਆ। ਜਾਤ ਪਾਤ ਮੁੱਕ ਜਾਂਦੀ ਹੈ ਜਦੋਂ ਅੰਮ੍ਰਿਤ ਛਕ ਲੈਂਦਾ ਪਿਤਾ ਉਸ ਦਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਵਾਸੀ ਅਨੰਦਪੁਰ ਦਾ ਤੇ ਮਾਤਾ ਉਸ ਦੀ ਸਾਹਿਬ ਕੌਰ, ਹੋਰ ਉਸ ਦਾ ਕੋਈ ਪਿਛੋਕੜ ਨਹੀਂ। ਸਤਿਗੁਰ ਕੈ ਜਨਮੇ ਗਵਨ ਮਿਟਾਇਆ। ਬੜਾ ਚਿਰ ਤਕਰਾਰ ਹੋਇਆ। ਔਰਕ ਨੂੰ ਫੈਸਲਾ ਹੋਇਆ ਕਿ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਹੁਕਮਨਾਮਾ ਲੈ ਲਿਆ ਜਾਵੇ, ਜੋ ਹੁਕਮ ਆਵੇਗਾ ਸਾਰੇ ਸਿਰ ਮੱਥੇ ਪ੍ਰਵਾਨ ਕਰਨ। ਉਸ ਵੇਲੇ ਹੁਕਮਨਾਮਾ ਸਾਹਿਬ ਲਿਆ ਗਿਆ, ਕੀਰਤਨ ਬੰਦ ਹੋਇਆ ਜੀ। ਕੀਰਤਨ ਬੰਦ ਕਰਕੇ ਹੁਕਮਨਾਮਾ ਸਾਹਿਬ ਲਿਆ ਗਿਆ। ਇਤਿਹਾਸ ਵਿੱਚ ਅੱਜ ਵੀ ਦਰਜ ਹੈ, ਹੁਕਮਨਾਮਾ ਸਾਹਿਬ ਆਇਆ ਸੀ ਸੋਰਠ ਮਹੱਲਾ ਤੀਜਾ, ਨਿਗੁਣਿਆਂ ਨੂੰ ਆਪੇ ਬਖਸ਼ ਲਏ ਭਾਈ, ਸਤਿਗੁਰ ਕੀ ਸੇਵਾ ਲਾਏ। ਸਤਿਗੁਰਾਂ ਨੇ ਪ੍ਰਤੱਖ ਹੁਕਮ ਦੇ ਦਿੱਤਾ ਸੀ ਕਿ ਜੋ ਗੁਰੂ ਚਰਨ ਸ਼ਰਨ ਵਿੱਚ ਆ ਜਾਂਦਾ, ਜੋ ਅੰਮ੍ਰਿਤ ਛਕ ਕੇ ਸਿੰਘ ਸੱਜ ਜਾਂਦਾ, ਸਤਿਗੁਰੂ ਉਸ ਨੂੰ ਪ੍ਰਵਾਨ ਕਰਦੇ, ਉਹ ਗੁਰੂ ਦਾ ਸੁਪੁੱਤਰ ਹੋ ਜਾਂਦਾ। ਅਰਦਾਸ ਵੀ ਹੋਈ ਉਹਨਾਂ ਦੀ, ਕੜਾਹ ਪ੍ਰਸ਼ਾਦ ਦੀ ਦੇਗ ਵੀ ਪ੍ਰਵਾਨ ਹੋਈ ਤੇ ਹਰਿਮੰਦਰ ਸਾਹਿਬ ਜੀ ਦੇ ਪ੍ਰਬੰਧ ਦਾ ਕਬਜ਼ਾ ਵੀ ਉਹਨਾਂ ਗੁਰਸਿੱਖਾਂ ਨੇ ਲੈ ਲਿਆ। ਇਹ ਸਾਰੀ ਸੰਗਤ ਜਦੋਂ ਫਿਰ ਸ੍ਰੀ ਅਕਾਲ ਤਖਤ ਸਾਹਿਬ ਨਮਸਕਾਰ ਕਰਨ ਗਈ, ਉੱਥੇ ਜੋ ਪੁਜਾਰੀ ਸਨ ਉਹ ਪਹਿਲਾਂ ਹੀ ਦੌੜ ਗਏ ਸਨ। ਫਿਰ ਸੁਈਆਂ ਵੇਖ ਕੇ ਤਖਤ ਸਾਹਿਬ ਜੀ ਨੂੰ ਉਸ ਵੇਲੇ 25 ਸਿੰਘਾਂ ਦਾ ਜੱਥਾ ਉੱਥੇ ਪ੍ਰਬੰਧ ਵਾਸਤੇ ਨਿਯੁਕਤ ਕੀਤਾ ਤੇ ਜਥੇਦਾਰ ਸਰਦਾਰ ਤੇਜਾ ਸਿੰਘ ਜੀ ਭੁੱਚਰ ਨੂੰ ਨਿਯੁਕਤ ਕੀਤਾ। ਉਸ ਤੋਂ ਅਗਲੇ ਦਿਨ 13 ਅਕਤੂਬਰ 1920 ਨੂੰ ਉਸ ਵੇਲੇ ਜੋ ਡੀਸੀ ਸੀ ਅੰਗਰੇਜ਼ ਸਰਕਾਰ ਦੇ ਕਹਿਣ ਤੇ ਉਸਨੇ 9 ਮੈਂਬਰੀ ਇੱਕ ਕਮੇਟੀ ਬਣਾ ਦਿੱਤੀ। ਪ੍ਰਧਾਨ ਬਣਾ ਦਿੱਤਾ ਸਰਦਾਰ ਸੁੰਦਰ ਸਿੰਘ ਰਾਮਗੜੀਆ। ਸਿੱਖ ਪੰਥ ਨੇ ਪ੍ਰਵਾਨਣਾ ਕੀਤਾ। ਸਿੱਖਾਂ ਨੇ ਫਿਰ 15 ਨਵੰਬਰ 1920 ਦੀ ਤਰੀਕ ਮਿਥ ਕੇ ਇੱਕ ਸਰਬੱਤ ਖਾਲਸਾ ਸੱਦਿਆ। ਸਮੂਹ ਗੁਰਸਿੱਖ ਸਿੱਖ ਸੰਗਤਾਂ ਨੂੰ ਹੁਕਮਨਾਮੇ ਭੇਜੇ ਗਏ ਕਿ ਇੱਕ ਕਮੇਟੀ ਬਣਾਉਣੀ ਹੈ, ਸਮੂਹ ਖਾਲਸਾ ਪੰਥ ਇਕੱਤਰ ਹੋਵੇ। ਜਦੋਂ ਇਸ ਗੱਲ ਦਾ ਅੰਗਰੇਜ਼ਾਂ ਨੂੰ ਪਤਾ ਲੱਗਾ, ਉਸ ਤੋਂ 2 ਦਿਨ ਪਹਿਲਾਂ 13 ਨਵੰਬਰ 1920 ਨੂੰ ਉਸ ਵੇਲੇ ਦੇ ਡੀਸੀ ਦੇ ਰਾਹੀਂ ਅੰਗਰੇਜ਼ਾਂ ਨੇ 36 ਮੈਂਬਰੀ ਇੱਕ ਕਮੇਟੀ ਤਿਆਰ ਕਰ ਦਿੱਤੀ, ਜਿਸ ਦਾ ਪ੍ਰਧਾਨ ਸਰਦਾਰ ਹਰਬੰਸ ਸਿੰਘ ਅਟਾਰੀ ਨੂੰ ਨਿਯੁਕਤ ਕਰਵਾ ਦਿੱਤਾ। ਪਰ ਸਮੂਹ ਸਿੱਖ ਪੰਥ 15 ਨਵੰਬਰ ਨੂੰ ਇਕੱਤਰ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਫਸੀਲ ਤੇ। 15 ਅਤੇ 16 ਨਵੰਬਰ 1920 ਨੂੰ 2 ਦਿਨ ਇਕੱਤਰਤਾ ਹੁੰਦੀ ਰਹੀ। ਉਸ ਵੇਲੇ ਫਿਰ ਲੰਮੀ ਚੌੜੀ ਵਿਚਾਰ ਤੋਂ ਬਾਅਦ 175 ਮੈਂਬਰੀ ਕਮੇਟੀ ਤਿਆਰ ਕੀਤੀ ਗਈ। ਪਰ ਉਹਨਾਂ ਨੇ ਫਿਰ ਸੁਹਿਰਦਤਾ ਤੋਂ ਕੰਮ ਲਿਆ
ਕਿ ਖੂਨ ਖਰਾਬਾ ਨਾ ਹੋਵੇ। ਉਹ ਜੋ 36 ਮੈਂਬਰ ਅੰਗਰੇਜ਼ਾਂ ਨੇ ਨਿਯੁਕਤ ਕੀਤੇ ਸਨ, 175 ਦੇ ਵਿੱਚ ਹੀ ਉਹ ਐਡ ਕਰ ਲਏ। ਟੋਟਲ 175 ਮੈਂਬਰੀ ਕਮੇਟੀ ਬਣਾਈ, ਜਿਸ ਨੂੰ ਨਾਮ ਦਿੱਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਅੱਜ ਉਸ ਮਹਾਨ ਕਮੇਟੀ ਦਾ ਸਥਾਪਨਾ ਦਿਵਸ ਹੈ, ਜਿਸ ਦੇ ਸਬੰਧ ਦੇ ਵਿੱਚ ਪਰਸੋਂ ਦੇ ਰੋਜ਼ ਤੋਂ ਇਸੇ ਹੀ ਅਸਥਾਨ ਤੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋ ਚੁੱਕੇ ਹਨ। ਤਕਰੀਬਨ 9:30 ਵਜੇ ਭੋਗ ਦੇ ਸ਼ਲੋਕ ਸ਼ੁਰੂ ਹੋਣੇ ਹਨ। ਉਪਰੰਤ ਦੀਵਾਨ ਸੱਜਣੇ ਹਨ। ਆਪ ਸਮੂਹ ਸੰਗਤਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਥਾਪਨਾ ਦਿਵਸ ਦੀਆਂ ਵੀ ਬੇਅੰਤ ਵਧਾਈਆਂ ਹੋਣ। ਆਓ ਜੋ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਪਾਂ ਨੂੰ ਪਾਵਨ ਸ੍ਰੀ ਮੁੱਖ ਵਾਕ ਸਾਹਿਬ ਜੀ ਦੀ ਦਾਤ ਪ੍ਰਾਪਤ ਹੋਈ ਹੈ, ਉਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ। ਇੱਕ ਵਾਰੀ ਸਮੂਹ ਸੰਗਤ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਦੋਵੇਂ ਹੱਥ ਜੋੜ ਕੇ ਆਖੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਅੱਜ ਦਾ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਸਾਹਿਬ, ਰਾਗ ਸੋਰਠ ਕੀ ਵਾਰ, ਪੌੜੀ 7ਵੀਂ ਤੇ ਨਾਲ 2 ਸ਼ਲੋਕ ਹਨ। ਇਹ ਜੋ ਵਾਰ ਹੈ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ। ਵਾਰ ਦਾ ਜੋ ਮੂਲ ਹੁੰਦਾ ਉਹ ਪੌੜੀਆਂ ਹੁੰਦੀਆਂ, ਤੇ ਪੌੜੀਆਂ ਸਾਰੀਆਂ ਹੀ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਹਨ। ਤੇ ਸਮੁੱਚੀ ਵਾਰ ਦੇ ਵਿੱਚ ਪਹਿਲੇ ਸਤਿਗੁਰਾਂ ਦੇ, ਦੂਸਰੇ ਸਤਿਗੁਰਾਂ ਦੇ, ਤੀਸਰੇ ਸਤਿਗੁਰਾਂ ਦੇ ਤੇ ਚੌਥੇ ਸਤਿਗੁਰਾਂ ਦੇ ਸ਼ਲੋਕ ਹਨ। ਅੱਜ ਦਾ ਜੋ ਪਾਵਨ ਸ੍ਰੀ ਮੁੱਖ ਵਾਕ ਸਾਹਿਬ ਆਪਾ ਜੀ ਨੂੰ ਆਪਾਂ ਸਾਰਿਆਂ ਨੂੰ ਜੋ ਪ੍ਰਾਪਤ ਹੋਇਆ, ਇਸ ਦੇ ਵਿੱਚ ਜੋ 2 ਸ਼ਲੋਕ ਹਨ ਉਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਹਨ। ਸ਼ਲੋਕ ਮਹੱਲਾ ਤੀਜਾ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਉਂਦੇ ਹਨ, ਸਤਿਗੁਰ ਤੇ ਜੋ ਮੋਹ ਫਿਰੇ। ਮੋਹ ਫੇਰਨਾ, ਸਤਿਗੁਰ ਤੇ ਜੋ ਮੋਹ ਫੇਰੇ। ਮੋਹ ਫੇਰਨਾ ਕੀ? ਕਿ ਆਪਣੇ ਮੂੰਹ ਦੇ ਆਖੇ, ਆਪਣੇ ਮਨ ਦੇ ਆਖੇ ਅੱਗੇ ਚੱਲਣਾ, ਗੁਰੂ ਦੇ ਕਹੇ ਅਨੁਸਾਰ ਨਾ ਚੱਲਣਾ। ਜੋ ਗੁਰਮੁਖ ਗੁਰੂ ਵੱਲ ਮੁੱਖ ਕਰਕੇ ਚੱਲਦੇ, ਗੁਰੂ ਦੀ ਦੱਸੀ ਸਿੱਖਿਆ ਤੇ ਚੱਲਦੇ, ਗੁਰੂ ਦੇ ਸਿਧਾਂਤ ਤੇ ਚੱਲਦੇ, ਉਹਨਾਂ ਨੂੰ ਕਿਹਾ ਜਾਂਦਾ ਗੁਰਮੁਖ। ਤੇ ਜੋ ਮਨ ਮਗਰ ਚੱਲਦੇ, ਗੁਰੂ ਦੀ ਪਰਵਾਹ ਹੀ ਕਾਈ ਨਹੀਂ ਕਰਦੇ। ਅੱਜ ਵੀ ਗੁਰੂ ਨੇ ਕਿਹਾ ਕਿ ਜਾਗਤ ਜੋਤ ਜਪੇ ਨਿਸਬਾਸਰ, ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਗੁਰੂ ਮੰਨਣਾ। ਪਰ ਅੱਜ ਵੀ ਸਿਰ ਤੇ ਪੱਗ ਬੰਨੀ ਹੁੰਦੀ ਹੈ, ਹੱਥ ਵਿੱਚ ਤੇਲ ਫੜਿਆ ਹੁੰਦਾ ਤੇ ਲੱਗੇ ਹੁੰਦੇ ਸ਼ਨੀ ਦੇ ਮੰਦਿਰ ਦੀ ਲੈਣ ਦੇ ਵਿੱਚ। ਸਿਰ ਤੇ ਪੱਗ ਬੰਨੀ ਹੁੰਦੀ ਹੈ, ਹੱਥ ਵਿੱਚ ਹਰੀ ਚਾਦਰ ਤੇ ਕਬਰ ਤੇ ਮੱਥਾ ਟੇਕਣ ਨੂੰ ਲੱਗੇ ਹੁੰਦੇ ਆ। ਉਹਨਾਂ ਨੂੰ ਫਿਰ ਮੋਹ ਫਿਰੇ ਹੀ ਕਿਹਾ ਜਾ ਸਕਦਾ, ਗੁਰਮੁਖ ਨਹੀਂ ਕਿਹਾ ਜਾਂਦਾ। ਪਿੱਪਲ ਨੂੰ ਮੱਥਾ ਟੇਕਦੇ ਆ, ਦਰਖਤਾਂ ਨੂੰ ਮੱਥਾ ਟੇਕੀ ਜਾਂਦੇ ਆ, ਪਸ਼ੂਆਂ ਨੂੰ ਮੱਥਾ ਟੇਕੀ ਜਾਂਦੇ ਆ। ਹੱਦ ਹੋ ਗਈ। ਸਿਰ ਤੇ ਪੱਗ ਪਰ ਕੰਮ ਮਨ ਮੁੱਖਾਂ ਵਾਲੇ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਉਂਦੇ ਹਨ ਕਿ ਜੋ ਗੁਰੂ ਤੋਂ ਮੂੰਹ ਫੇਰ ਲੈਂਦੇ ਹਨ ਨਾ, ਮਨ ਦੇ ਮਗਰ ਚੱਲਦੇ ਹਨ, ਉਹਨਾਂ ਨੂੰ ਫਿਰ ਪ੍ਰਾਪਤੀ ਕੀ ਹੁੰਦੀ ਹੈ? ਸੇ ਬੱਧੇ ਦੁੱਖ ਸਹਾਏ। ਕਾਹਦੇ ਵਿੱਚ ਵੱਧ ਜਾਂਦੇ ਆ ਜੀ? ਬੱਧੇ ਦੁੱਖ ਸਹਾਏ, ਕਿ ਵੱਜ ਜਾਂਦੇ ਆ ਤੇ ਦੁੱਖ ਸਹਾਰਦੇ ਹਨ। ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਕਰਮ ਕਰਨ ਵਾਸਤੇ ਮਨੁੱਖ ਸੁਤੰਤਰ ਹੈ, ਪਰ ਭੋਗਣ ਵਾਸਤੇ ਪਤੰਤਰ ਹੈ, ਬੱਝਾ ਹੋਇਆ। ਇਹ ਜੋ ਮਹੀਨਾ ਚੱਲ ਰਿਹਾ ਨਾ, ਇਸ ਦੀ ਜੋ ਆਰੰਭਤਾ ਸਤਿਗੁਰਾਂ ਨੇ ਕੀਤੀ ਹੈ, ਕਤਿਕ ਕਰਮ ਕਮਾਵਣੇ, ਦੋਸ਼ ਨਾ ਕਾਹੂ ਦੋਗ, ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੇ ਰੋਗ। ਜਦੋਂ ਗੁਰੂ ਭੁੱਲ ਗਿਆ, ਪਰਮੇਸ਼ਰ ਭੁੱਲ ਗਿਆ, ਮਨ ਦੇ ਮਗਰ ਲੱਗ ਕੇ ਜਿਹੜੇ ਕਰਮ ਕੀਤੇ ਨਾ, ਉਹ ਫਿਰ ਭੋਗਣੇ ਪੈਂਦੇ ਆ। ਧਾਰਮਿਕ ਗ੍ਰੰਥਾਂ ਦੇ ਵਿੱਚ ਲਿਖਿਆ ਹੈ ਕਿ ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ। ਕਰਮ ਕਰ ਬਹਿੰਦਾ ਮਨੁੱਖ, ਮਾੜੇ
ਪਰ ਜਦੋਂ ਉਹ ਫਿਰ ਭੋਗਣੇ ਪੈਂਦੇ ਆ ਫਿਰ ਰੋਂਦਾ ਹੈ। ਸੇ ਬੱਧੇ ਦੁੱਖ ਸਹਾਏ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਉਂਦੇ ਹਨ ਕਿ ਜਿਹੜੇ ਗੁਰੂ ਵੱਲੋਂ ਮੋਹ ਫੇਰ ਕੇ, ਗੁਰੂ ਨੂੰ ਪਿੱਠ ਦੇ ਕਰਕੇ ਨਖਿੱਧ ਕਰਮ ਕਰਦੇ ਆ, ਗੁਰੂ ਦੀ ਦਸੀ ਚਾਲ ਤੇ ਨਹੀਂ ਚੱਲਦੇ, ਫਿਰ ਉਹਨਾਂ ਕੀਤੇ ਕਰਮਾਂ ਦੇ ਵਿੱਚ ਵੱਜ ਜਾਂਦੇ ਆ ਤੇ ਫਿਰ ਉਹ ਕਰਮ ਉਹਨਾਂ ਨੂੰ ਦੁੱਖ ਦਿੰਦੇ ਆ। ਦੁੱਖ ਕਿਵੇਂ ਦਿੰਦੇ ਆ? ਅਗਲੀ ਤੁਕ ਵਿੱਚ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਫਿਰ ਮਿਲਣ ਨਾ ਪਾਏ ਨੀ। ਫਿਰ ਵਾਰ-ਵਾਰ ਜੰਮਦੇ, ਫਿਰ ਵਾਰ-ਵਾਰ ਜੰਮਦੇ ਤੇ ਵਾਰ-ਵਾਰ ਮਰਦੇ, ਪਰ ਮਨੁੱਖਾ ਜਨਮ ਪ੍ਰਾਪਤ ਨਹੀਂ ਹੁੰਦਾ। ਕਿਉਂਕਿ ਕਰਮ ਉਦੋਂ ਤੇ ਕਹਿੰਦੇ ਸੀ ਗੁਰੂ ਦੀ ਕੀ ਲੋੜ ਹੈ, ਮੇਰਾ ਮਨ ਜੋ ਕਹਿੰਦਾ ਮੈਂ ਉਹ ਕਰਾਂਗਾ। ਇਹ ਜੱਗ ਮਿੱਠਾ ਅਗਲਾ ਕਿੰਨੇ ਡਿੱਠਾ, ਕਰ ਲਏ ਕਰਮ, ਪਰ ਫਿਰ ਭੋਗਣ ਵਾਸਤੇ ਵੀ ਤਿਆਰ ਰਹਿਣਾ ਪੈਂਦਾ। ਫਿਰ ਉਹਨਾਂ ਨੂੰ ਭੋਗਣ ਦੀ ਜੋ ਪ੍ਰਥਾ ਚੱਲੀ, ਫਿਰ ਮਿਲਣ ਨਾ ਪਾਏ ਨਹੀਂ। ਮਨੁੱਖਾ ਜਨਮ ਹੀ ਨਹੀਂ ਮਿਲਿਆ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਸਤਿਗੁਰਾਂ ਨੇ ਇਹ ਨਹੀਂ ਕਿਹਾ ਵੀ ਇੱਕ ਇੱਕ ਜਨਮ ਮਿਲਿਆ, ਕਈ ਸ਼ਬਦ ਵਰਤਿਆ। ਕਈ ਜਨਮ ਕੀੜੇ ਪਤੰਗ ਹੋਏ, ਕਈ ਜਨਮ ਗੱਜ ਹਾਥੀ ਮੀਨ ਮੱਛੀ ਕੁਰੰਗਾ ਹਿਰਨ ਦੇ ਮਿਲੇ। ਕਈ ਜਨਮਾਂ ਦਾ ਜ਼ਿਕਰ ਹੈ। ਕਰਮ ਕਰ ਤੇ ਬਹਿੰਦਾ ਨਾ ਮਨੁੱਖ, ਗੁਰੂ ਨੂੰ ਸਮਝਦਾ ਕੁਝ ਨਹੀਂ, ਕਹਿ ਦਿੰਦਾ ਮੇਰਾ ਮਨ ਸਾਫ਼ ਹੈ, ਗੁਰੂ ਦੀ ਕੀ ਲੋੜ ਹੈ। ਪਰ ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸੀਠ। ਦਰਗਾਹ ਦੇ ਵਿੱਚ ਗੁਰੂ ਤੋਂ ਬਿਨਾਂ ਬਾਂਹ ਕੋਈ ਨਹੀਂ ਫੜਦਾ। ਇੱਥੇ ਤੇ ਬਾਂਹ ਫੜਨ ਵਾਲੇ ਬੜੇ, ਦੁੱਖ ਪੈਣ ਤੇ ਇੱਥੇ ਵੀ ਛੱਡ ਜਾਂਦੇ, ਪਰ ਦਰਗਾਹ ਤੱਕ ਤੇ ਗੁਰੂ ਤੋਂ ਬਿਨਾਂ ਪਹੁੰਚ ਹੀ ਕਿਸੇ ਦੀ ਨਹੀਂ। ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸੀਠ। ਉਹ ਹੀ ਪਰਮੇਸ਼ਰ ਦੇ ਵਿੱਚ ਮਿਲਾਪ ਕਰਵਾ ਸਕਦਾ। ਸੱਚੇ ਪਾਤਸ਼ਾਹ ਜੀ ਫਰਮਾਉਂਦੇ, ਜਦੋਂ ਗੁਰੂ ਨੂੰ ਭੁੱਲ ਕੇ, ਗੁਰੂ ਵੱਲੋਂ ਮੋਹ ਫੇਰ ਕੇ ਨਖਿੱਧ ਕਰਮ ਕਰ ਲਏ, ਮਾੜੇ ਕਰਮ ਕਰ ਲਏ, ਫਿਰ ਮਿਲਣ ਨਾ ਪਾਏ ਨਹੀਂ। ਵਾਰ-ਵਾਰ ਟੇਢੀਆਂ ਮੇਢੀਆਂ ਜੂਨਾਂ ਤੇ ਮਿਲਦੀਆਂ, ਪਰ ਪਰਮੇਸ਼ਰ ਦੇ ਨਾਲ ਮਿਲਾਪ ਨਹੀਂ ਹੁੰਦਾ। ਜੰਮੇ ਤਾਂ ਮਰ ਜਾਹੇ, ਤੇ ਜਮ ਮਰੈ ਫਿਰ ਜੰਮੇ, ਬਹੁਤ ਸਜਾਏ ਭਇਆ ਦੇਸ਼ ਲੰਮੇ। ਜੰਮੇ ਤੇ ਮਰ ਜਾਏ, ਜੰਮਦਾ ਮਰਦਾ, ਕਦੀ ਕੋਈ ਜੂਨ ਕਦੀ ਕੋਈ ਜੂਨ। ਕਿਉਂਕਿ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਸਭੇ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਵਰਤਿਆ, ਇਹ ਨਹੀਂ ਵੀ ਕੀ ਦੋ ਚਾਰ ਨਹੀਂ। ਕਹਿੰਦੇ ਜਦੋਂ ਰੱਬ ਭੁੱਲ ਗਿਆ, ਪਰਮੇਸ਼ਰ ਭੁੱਲ ਗਿਆ ਨਾ, ਫਿਰ ਵਿਆਪਨ ਸਭੇ ਰੋਗ, ਸਾਰੇ ਹੀ ਰੋਗ ਇਸ ਮਾਤ ਲੋਕ ਦੇ ਵੀ ਤੇ ਪਰਲੋਕ ਦੇ ਵੀ ਵਿਆਪਦੇ ਹਨ। ਜੰਮੇ ਤੇ ਮਰ ਜਾਹੇ, ਫਿਰ ਮਿਲਾਪ ਤੇ ਹੁੰਦਾ ਕੋਈ ਨਹੀਂ। ਵਾਰ-ਵਾਰ ਜੰਮਣ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ। ਸਹਸਾ ਰੋਗ ਨਾ ਛੋੜਈ, ਫਿਰ ਚਿੰਤਾ ਦਾ ਰੋਗ ਪਿੱਛਾ ਨਹੀਂ ਛੱਡਦਾ ਜੀ। ਸੰਗਤ ਜੀ, ਗੁਰਬਾਣੀ ਪੜ੍ਹੋ, ਵਿਚਾਰੋ। ਵਾਰ-ਵਾਰ ਜ਼ਿਕਰ ਕੀਤਾ ਕਿ ਸ਼ੁਭ ਕਰਮ ਕਰੋ। ਜਪਜੀ ਸਾਹਿਬ ਸਾਰਾ ਉਚਾਰਨ ਕਰਕੇ ਸ਼ਲੋਕ ਜਦੋਂ ਆਪਾਂ ਪੜ੍ਹਦੇ ਹਾਂ ਨਾ, ਜ਼ਿਕਰ ਉੱਥੇ ਵੀ ਕਰਮਾਂ ਦਾ ਹੀ ਆਇਆ ਕਿ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਵਾਚੀਆਂ ਜਾਣੀਆਂ। ਮਾੜੇ ਕਰ ਲੋ, ਚੰਗੇ ਕਰ ਲੋ, ਲੇਖਾ ਹੋਣਾ। ਚੰਗਿਆਈਆਂ ਬੁਰਿਆਈਆਂ ਵਾਚੈ ਵਾਚੀਆਂ ਜਾਣੀਆਂ, ਪੜਤਾਲ ਕੀਤੀ ਜਾਣੀ ਇਹਨਾਂ ਦੀ ਧਰਮ ਹਦੂਰ। ਤੇ ਫਿਰ ਫੈਸਲਾ ਕੀ ਹੋਣਾ? ਕਰਮੀ ਆਪੋ ਆਪਣੀ ਕਿ ਨੇੜੇ ਕੇ ਦੂਰ। ਨੇੜੇ ਉਹ ਜੋ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਦੀ ਕਾਰ ਕਰਦੇ, ਉਹ ਅਭੇਦ ਹੋ ਜਾਂਦੇ, ਮੁਕਤ ਹੋ ਜਾਂਦੇ। ਤੇ ਜਿਹੜੇ ਫਿਰ ਮੋਹ ਫੇਰ ਕੇ ਚੱਲਦੇ ਆ ਨਾ ਗੁਰੂ ਤੋਂ, ਉਹ ਫਿਰ ਵਾਰ-ਵਾਰ ਟੇਢੀਆਂ ਮੇਢੀਆਂ ਜੂਨਾਂ ਵਿੱਚ ਆਉਂਦੇ। ਸੱਚੇ ਪਾਤਸ਼ਾਹ ਜੀ ਫਰਮਾਉਂਦੇ, ਸਹਸਾ ਰੋਗ ਨਾ ਛੋੜਈ। ਫਿਰ ਚਿੰਤਾ ਦਾ ਰੋਗ, ਵਾਰ-ਵਾਰ ਜੰਮਣ ਮਰਨ ਦਾ, ਤੇ ਉਹਨਾਂ ਜੂਨੀਆਂ ਦੇ ਵਿੱਚ ਜੋ ਦੁੱਖ ਮਿਲਦੇ
ਉਹ ਫਿਰ ਪਿੱਛਾ ਨਹੀਂ ਛੱਡਦੇ। ਦੁਖ ਹੀ ਮਹਿ ਦੁਖ ਪਾਹੀ, ਦੁੱਖ ਹੀ ਮਹਿ ਦੁੱਖ ਪਾਹੇ। ਦੁੱਖ ਹੀ, ਟੇਢੀ ਜੂਨ ਮਿਲੀ, ਦੁੱਖ ਮਿਲ ਗਿਆ। ਪਰ ਇੱਥੇ ਹੀ ਖਹਿੜਾ ਨਹੀਂ ਛੁੱਟਿਆ। ਦੁੱਖ ਮੈਂ, ਉਸ ਟੇਢੀ ਜੂਨ ਦੇ ਵਿੱਚ ਵੀ ਇਸ ਮਾਤ ਲੋਕ ਤੇ ਵੀ ਦੁੱਖ ਭੋਗਣੇ ਪੈਂਦੇ। ਪਹਿਲਾ ਦੁੱਖ ਤੇ ਇਹ ਕਿ ਪੌੜੀ ਛੁੜਕੀ ਫਿਰ ਹਾਥ ਨਾ ਆਵੇ, ਅਹਿਲਾ ਜਨਮ ਗਵਾਇਆ। ਪਹਿਲਾ ਦੁੱਖ ਤੇ ਇਹ ਕਿ ਮਨੁੱਖਾ ਜਨਮ ਤੋਂ ਵੀ ਪਿੱਛੇ ਚਲੇ ਗਏ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ। ਫਿਰ ਸਤਿਗੁਰਾਂ ਨੇ ਜ਼ਿਕਰ ਕੀਤਾ ਦੁੱਖ ਮੈਂ। ਇਸ ਮਾਤ ਲੋਕ ਤੇ ਕੀ ਦੁੱਖ ਮਿਲਿਆ? ਕਈ ਜਨਮ ਹੈਵਰ ਬ੍ਰਿਖ ਜੋਇਓ, ਘੋੜਾ ਬਣਿਆ, ਬੈਲ ਬਣਿਆ ਤੇ ਜੋਇਆ ਗਿਆ ਬੈਲ ਗੱਡੀਆਂ ਦੇ ਵਿੱਚ। ਇੱਕ ਜੋਇਆ ਭਾਰ ਵੀ ਢੋਂਦਾ, ਪ੍ਰਤੱਖ ਆਪਾਂ ਵੇਖ ਲੈਂਦੇ ਹਾਂ ਜੀ ਇਸ ਮਾਤ ਲੋਕ ਤੇ। ਇੱਕ ਤੇ ਭਾਰ ਲੱਦਿਆ ਹੁੰਦਾ, ਗੱਡੇ ਦੇ ਵਿੱਚ ਘੋੜਾ ਬੈਲ ਜੋਇਆ ਹੁੰਦਾ, ਉੱਪਰੋਂ ਚਲਾਉਣ ਵਾਲਾ ਸ਼ਮਕਾਂ ਮਾਰਦਾ। ਇਹ ਉਹੋ ਹੀ ਦੁੱਖ ਹੈ ਜਿਹੜੇ ਸਤਿਗੁਰ ਤੇ ਜੋ ਮੋਹ ਫੇਰੇ, ਜੋ ਗੁਰੂ ਤੋਂ ਬੇਮੁਖ ਹੋ ਕਰਕੇ ਕੀਤੇ ਕਰਮ ਉਹ ਭੋਗ ਰਿਹਾ ਹੁੰਦਾ ਜੀ। ਆਤਮਾ ਉਹੀ ਹੈ, ਜੂਨੀ ਉਸ ਨੂੰ ਹੋਰ ਮਿਲ ਗਈ, ਪਰ ਕਰਮ ਤੇ ਨਾਲ ਚੱਲਦੇ ਆ ਜੀ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਸੱਚੇ ਪਾਤਸ਼ਾਹ ਜੀ ਫਰਮਾਉਂਦੇ ਦੁੱਖ ਹੀ ਮੈਂ ਦੁੱਖ ਪਾਹੇ। ਵਾਰ-ਵਾਰ ਟੇਢੀਆਂ ਜੂਨਾਂ ਮਿਲਦੀਆਂ ਤੇ ਉਹਨਾਂ ਦੇ ਵਿੱਚ ਫਿਰ ਹੋਰ ਦੁੱਖਾਂ ਵਿੱਚ ਪੈਣਾ ਪੈਂਦਾ ਹੈ। ਨਾਨਕ ਨਦਰੀ ਬਖਸ਼ ਲੇਹ। ਸੱਚੇ ਪਾਤਸ਼ਾਹ ਜੀ ਫਰਮਾਉਂਦੇ, ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਕਿ ਨਿਰਾਸ਼ ਨਾ ਹੋਇਓ। ਧੰਨ ਗੁਰੂ ਨਾਨਕ ਦੇਵ ਨਾਮ ਦੀ ਮੋਹਰ ਛਾਪ ਲਾ ਕਰਕੇ ਫਰਮਾਉਂਦੇ ਨਦਰੀ ਬਖਸ਼ ਲੈ। ਨਦਰੀ ਰਹਿਮਤ ਬਖਸ਼ਿਸ਼। ਜਦੋਂ ਪਰਮੇਸ਼ਰ ਫਿਰ ਦਇਆ ਦੇ ਘਰ ਵਿੱਚ ਆਉਂਦਾ, ਰਹਿਮਤ ਦੇ ਘਰ ਵਿੱਚ ਆਉਂਦਾ ਤੇ ਫਿਰ ਉਹ ਬਖਸ਼ ਲੈਂਦਾ। ਪਰ ਬਖਸ਼ਣ ਦਾ ਵਿਧੀ ਵਿਧਾਨ ਕੀ ਹੈ ਉਹ ਅੱਗੇ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ। ਸਬਦੀ ਮੇਲ ਮਿਲਾਹੀ। ਫਿਰ ਪਰਮੇਸ਼ਰ ਜੀ ਜਦੋਂ ਮਿਹਰ ਦੇ ਘਰ ਵਿੱਚ ਆਉਂਦੇ ਆ ਨਾ, ਫਿਰ ਗੁਰੂ ਦਾ ਮਿਲਾਪ ਕਰਵਾਉਂਦੇ। ਗੁਰੂ ਫਿਰ ਸ਼ਬਦੇ ਜੋ ਉਪਦੇਸ਼ ਦਿੰਦਾ, ਜਦੋਂ ਫਿਰ ਸਿੱਖ ਉਸ ਦੀ ਕਮਾਈ ਚੱਲਦਾ ਨਾ, ਮੋਹ ਫੇਰਿਆਂ ਗੱਲ ਨਹੀਂ ਬਣਨੀ, ਮੋਹ ਫੇਰਿਆਂ ਖੇਡ ਨਹੀਂ ਬਣਨੀ। ਸਨਮੁਖ ਹੋਣਾ ਪੈਂਦਾ, ਗੁਰਮੁਖ ਹੋਣਾ ਪੈਂਦਾ, ਗੁਰੂ ਦੀ ਦਸੀ ਚਾਲ ਤੇ ਚੱਲਣਾ ਪੈਂਦਾ। ਪਰਮੇਸ਼ਰ ਮਿਹਰ ਦੇ ਘਰ ਵਿੱਚ ਆਉਂਦਾ, ਗੁਰੂ ਮਿਲਾਉਂਦਾ। ਫਿਰ ਗੁਰੂ ਦੇ ਦੱਸੇ ਉਪਦੇਸ਼ ਜੀ ਜਦੋਂ ਸਿੱਖ ਕਮਾਈ ਕਰਦਾ, ਗੁਰੂ ਪਰਮੇਸ਼ਰ ਰਹਿਮਤ ਪਾਉਂਦਾ, ਫਿਰ ਮੇਲ ਮਿਲਾਹੇ, ਫਿਰ ਆਪਣੇ ਵਿੱਚ ਅਭੇਦਤਾ ਬਖਸ਼ਿਸ਼ ਕਰ ਦਿੰਦਾ ਹੈ। ਮਹੱਲਾ ਤੀਜਾ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੂਸਰੇ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਹਨ। ਜੋ ਸਤਿਗੁਰ ਤੇ ਮੋਹ ਫਿਰੇ। ਕਿ ਜੋ ਮਨੁੱਖ ਗੁਰੂ ਵੱਲੋਂ ਮੁਖ ਫੇਰ ਕੇ ਜੇ ਕੋ ਗੁਰ ਤੇ ਵਿਮੁਖ ਹੋਵੇ, ਬਿਨ ਸਤਿਗੁਰ ਮੁਕਤ ਨ ਪਾਵੈ, ਪਾਵੈ ਮੁਕਤ ਨ ਹੋਰ ਥੈ ਕੋਈ, ਪੁੱਛੋ ਵਿਵੇਕੀਆਂ ਜਾਏ। ਇਸ ਤੋਂ ਅਗਲੀ ਪੌੜੀ ਸਤਿਗੁਰਾਂ ਨੇ ਉਚਾਰੀ ਆ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ। ਸਮਾਂ ਸੀਮਤ ਹੈ, ਪਰ ਪਹਿਲੀ ਜਿਹੜਾ ਬੇਮੁਖ ਹੋਇਆ ਤੇ ਅਗਲੀ ਪੌੜੀ ਕਿ ਜਦੋਂ ਤੱਕ ਸਨਮੁਖ ਨਹੀਂ ਹੋਗੇ ਖਹਿੜਾ ਨਹੀਂ ਛੁੱਟੇਗਾ। ਜੋ ਸਤਿਗੁਰ ਤੇ ਮੋਹ ਫੇਰੇ, ਜੋ ਗੁਰੂ ਤੋਂ ਬੇਮੁਖ ਹੋ ਕਰਕੇ ਤੇ ਗੁਰੂ ਦੇ ਦੱਸੇ ਅਨੁਸਾਰ ਕਰਮ ਨਹੀਂ ਕਰਦੇ, ਮਨ ਦੀ ਮੱਤ ਮਗਰ ਲੱਗ ਕੇ ਕਰਮ ਕਰਦੇ ਹਨ, ਫਿਰ ਮਿਲਦਾ ਕੀ ਹੈ? ਤਿੰਨਾ ਠੌਰ ਨਾ ਠਾਉ। ਤਿੰਨਾ ਠੌਰ, ਉਹਨਾਂ ਨੂੰ ਨਾ ਤੇ ਇਸ ਮਾਤ ਲੋਕ ਤੇ ਢੋਈ ਮਿਲਦੀ, ਧੱਕੇ ਪੈਂਦੇ, ਤੇ ਨਾ ਠਾਓ, ਨਾ ਪਰਲੋਕ ਵਿੱਚ ਥਾਂ ਮਿਲਦਾ ਤੇ ਉੱਥੇ ਵੀ ਧੱਕੇ ਹੀ ਪੈਂਦੇ ਹਨ। ਅੱਗੇ ਸਤਿਗੁਰਾਂ ਨੇ ਉਦਾਹਰਨ ਦੇ ਕਰਕੇ ਸਮਝਾਇਆ ਹੈ। ਜਿਉ ਛੁੱਟੜ ਘਰ ਘਰ ਫਿਰਾ। ਇੱਕ ਹੁੰਦਾ ਵਿਧਵਾ ਸ਼ਬਦ, ਜਿਸ ਦਾ ਪਤੀ ਚੜ੍ਹਾਈ ਕਰ ਜਾਂਦਾ ਉਸ ਨੂੰ ਕਹਿੰਦੇ ਵਿਧਵਾ। ਇੱਥੇ ਸਤਿਗੁਰਾਂ ਨੇ ਛੁੱਟੜ ਸ਼ਬਦ ਵਰਤਿਆ। ਜਿਹੜੀ ਪਤੀ ਦੀ ਆਗਿਆ ਵਿੱਚ ਨਹੀਂ ਚੱਲਦੀ, ਆਪਣੀ ਮਰਜ਼ੀ ਕਰਦੀ ਹੈ,
ਪਤੀ ਦਾ ਹੁਕਮ ਨਹੀਂ ਕਮਾਉਂਦੀ। ਜਦੋਂ ਫਿਰ ਪਤੀ ਉਸ ਨੂੰ ਛੱਡ ਦਿੰਦਾ, ਉਹਨੂੰ ਫਿਰ ਨਾਮ ਦਿੱਤਾ ਜਾਂਦਾ ਇਸ ਮਾਤ ਲੋਕ ਤੇ ਛੁੱਟਣ। ਸਤਿਗੁਰਾਂ ਨੇ ਉਦਾਹਰਨ ਦਿੱਤੀ ਹੈ ਤੇ ਦਰਸਾਇਆ ਸਾਨੂੰ ਕਿ ਜਿਹੜੀ ਜੀਵ ਆਤਮਾ ਪਤੀ ਪਰਮੇਸ਼ਰ ਦੀ ਆਗਿਆ ਵਿੱਚ ਨਹੀਂ ਚੱਲਦੀ, ਜਦੋਂ ਉਸ ਨੂੰ ਪਤੀ ਫਿਰ ਧੱਕਾ ਦੇ ਦਿੰਦਾ ਨਾ, ਫਿਰ ਘਰ ਘਰ ਫਿਰੇ, ਉਹ ਵਾਰ-ਵਾਰ ਟੇਢੀਆਂ ਮੇਢੀਆਂ ਜੂਨਾਂ ਦੇ ਵਿੱਚ ਫਿਰਦੀ ਹੈ। ਦੋਹ ਚਾਰਨ ਬਦਨਾਉ। ਤੇ ਜਿਸ ਨੂੰ ਇਸ ਮਾਤ ਲੋਕ ਤੇ ਪਤੀ ਨੇ ਛੱਡ ਦਿੱਤਾ, ਉਸ ਨੂੰ ਖੋਟੇ ਆਚਰਣ ਵਾਲੀ ਕਿਹਾ ਜਾਂਦਾ ਤੇ ਉਸ ਦਾ ਬਦਨਾਮ ਨਾਮ ਬਦਨਾਮ ਹੋ ਜਾਂਦਾ ਨਾ। ਐਵੇਂ ਹੀ ਜਿਹੜੀ ਜੀਵ ਆਤਮਾ ਪਰਮੇਸ਼ਰ ਦੇ ਹੁਕਮ ਵਿੱਚ ਨਹੀਂ ਚੱਲਦੀ, ਪਰਮੇਸ਼ਰ ਦੀ ਆਗਿਆ ਵਿੱਚ ਨਹੀਂ ਚੱਲਦੀ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਉਸ ਨੂੰ ਵੀ ਫਿਰ ਦੋ ਚਾਰਨ ਬਦਨਾਓ। ਇੱਥੇ ਵੀ ਧੱਕੇ ਪੈਂਦੇ ਤੇ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਵੀ ਧੱਕੇ ਪੈਂਦੇ ਹਨ। ਨਾਨਕ ਗੁਰਮੁਖ ਬਖਸ਼ੀਐ। ਅੱਗੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ। ਧੰਨ ਗੁਰੂ ਨਾਨਕ ਨਾਮ ਦੇਵ ਸਾਹਿਬ ਸੱਚੇ ਪਾਤਸ਼ਾਹ ਨਾਮ ਦੀ ਮੋਹਰ ਲਾ ਕੇ ਗੁਰਮੁਖ ਬਖਸ਼ੀਏ। ਜੋ ਰੰਗਿਆਂ ਦੀ ਸੰਗਤ ਦੇ ਵਿੱਚ ਜਾਂਦੇ ਆ, ਬਾਣੀ ਜਪਣ ਵਾਲਿਆਂ ਦੀ ਪੜਨ ਵਾਲਿਆਂ ਦੀ ਸੰਗਤ ਕਰਦੇ ਆ, ਉਹ ਬਖਸ਼ੀਏ, ਉਹ ਬਖਸ਼ੇ ਜਾਂਦੇ ਹਨ। ਗੁਰਮੁਖ, ਜੋ ਮੁਖ ਗੁਰੂ ਵੱਲ ਚੱਲ ਕੇ ਚੱਲਦੇ, ਗੁਰੂ ਧਾਰਨ ਕਰਕੇ ਤੇ ਗੁਰੂ ਦੀ ਦਸੀ ਸਿੱਖਿਆ ਤੇ ਚੱਲਦੇ, ਗੁਰਮੁਖ ਬਖਸ਼ੀਏ, ਉਹ ਫਿਰ ਬਖਸ਼ੇ ਜਾਂਦੇ ਹਨ। ਕਿਵੇਂ? ਸੇ ਸਤਿਗੁਰ ਮੇਲ ਮਿਲਾਓ। ਉਹਨਾਂ ਨੂੰ ਫਿਰ ਗੁਰੂ ਕਿਰਪਾ ਕਰਕੇ ਮੇਲ ਮਿਲਾਓ, ਪਰਮੇਸ਼ਰ ਦੇ ਵਿੱਚ ਅਭੇਦ ਕਰਵਾ ਦਿੰਦਾ ਹੈ। ਪੌੜੀ। ਸੱਚੇ ਪਾਤਸ਼ਾਹ ਜੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਪੌੜੀ ਦੇ ਵਿੱਚ ਬਖਸ਼ਿਸ਼ ਕਰਦੇ ਹਨ। ਜੋ ਸੇਵਹਿ ਸਤ ਮੁਰਾਰ। ਜੋ ਉਸ ਪਰਿਪੂਰਨ ਪ੍ਰਮਾਤਮਾ ਨੂੰ ਸੇਵਦੇ, ਸੇਵ ਹੈ ਉਸ ਦਾ ਸਿਮਰਨ ਕਰਦੇ, ਉਸ ਦੀ ਆਗਿਆ ਦੇ ਵਿੱਚ ਚੱਲਦੇ, ਸਤ ਜੋ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ ਮੁਰਾਰ, ਜੋ ਦੈਂਤਾਂ ਦਾ ਨਾਸ਼ ਕਰਨ ਵਾਲਾ, ਵਿਸ਼ੇ ਵਿਕਾਰ ਰੂਪੀ ਦੈਂਤਾਂ ਦਾ ਵੀ ਨਾਸ਼ ਕਰਨ ਵਾਲਾ, ਤੇ ਬਾਹਰੀ ਤੌਰ ਤੇ ਵੀ ਜੋ ਦੈਂਤਾਂ ਦਾ ਨਾਸ਼ ਕਰਨ ਵਾਲਾ, ਜੋ ਉਸ ਨੂੰ ਸਿਮਰਦੇ ਹਨ, ਉਹਨਾਂ ਨੂੰ ਕੀ ਪ੍ਰਾਪਤੀ ਹੁੰਦੀ ਹੈ? ਸੇ ਭਵਜਲ ਤਰ ਗਿਆ। ਉਹ ਫਿਰ ਇਸ ਸੰਸਾਰ ਸਮੁੰਦਰ ਦੀ ਭਵਜਲ ਤੋਂ ਪਾਰ ਹੋ ਗਏ, ਲੋਕ ਸੁਹੇਲਾ ਅਤੇ ਪ੍ਰਲੋਕ ਸੁਹੇਲਾ ਕਰ ਗਏ। ਜੋ ਬੋਲੇ ਹਰ ਹਰ ਨਾਉ। ਜਿਨ੍ਹਾਂ ਨੇ ਹਰ ਵੇਲੇ ਪਰਿਪੂਰਨ ਪਰਮਾਤਮਾ ਦਾ ਬੋਲੇ ਨਾਮ ਜਪਿਆ, ਤਿਨ ਜਮ ਛੱਡ ਗਿਆ। ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ। ਜਿਨ੍ਹਾਂ ਨੇ ਨਾਮ ਜਪਿਆ, ਸਮਾਂ ਸੀਮਤ, ਬੜੀਆਂ ਸਾਖੀਆਂ ਜੀ। ਅਜਾਮਲ ਕਉ ਅੰਤ ਕਾਲ ਮੈਂ ਨਾਰਾਇਣ ਸੁਧ ਆਈ। ਨਾਰਾਇਣ ਨੂੰ ਆਵਾਜ਼ ਮਾਰੀ ਸੀ ਨਾ, ਜਮ ਭੱਜ ਗਏ ਸਨ। ਜੋ ਪਰਮੇਸ਼ਰ ਦਾ ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਬਦਤ ਤੇ ਲੋਚਨ ਤੇ ਨਰ ਮੁਕਤਾ, ਪੀਤੰਬਰ ਵਾ ਕੇ ਹਿਰਦੈ ਵਸੇ। ਜਿਨ੍ਹਾਂ ਨੇ ਪਰਿਪੂਰਨ ਪਰਮਾਤਮਾ ਦਾ ਨਾਮ ਜਪਿਆ, ਉਹਨਾਂ ਨੂੰ ਜਮ ਛੱਡ ਗਏ, ਭਾਵ ਉਹਨਾਂ ਨੂੰ ਜਮਾਂ ਦੇ ਵਸ ਨਹੀਂ ਪੈਣਾ ਪੈਂਦਾ। ਸੇ ਦਰਗਹਿ ਪੈਦੇ ਜਾਹੇ। ਉਹਨਾਂ ਨੂੰ ਫਿਰ ਪਰਿਪੂਰਨ ਪਰਮਾਤਮਾ ਦੀ ਦਰਗਾਹ ਦੇ ਵਿੱਚ ਪੈਦੇ ਤੋਂ ਭਾਵ ਸਨਮਾਨ ਮਿਲਦਾ, ਸਤਿਕਾਰ ਮਿਲਦਾ। ਰੇ ਰੇ ਦਰਗਹਿ ਕਹੈ ਨਾ ਕੋਉ, ਆਓ ਬੈਠ ਆਦਰ ਸੁਭ ਦੇਵ। ਸਤਿਗੁਰੂ ਫਰਮਾਉਂਦੇ, ਤੂੰ ਵੀ ਨਾਮ ਜਪ ਲੈ, ਉਹ ਆ ਮਹਿਲੀ ਪਾਵੇਂ ਤੂੰ ਬਾਸਾ, ਜਨਮ ਮਰਨ ਕੀ ਕਟਿਏ ਫਾਸਾ, ਸੇ ਦਰਗਹਿ ਪੈਦੇ ਜਾਹੇ। ਜਿਨ੍ਹਾਂ ਨੇ ਜੋ ਬੋਲੇ ਹਰ ਹਰ ਨਾਉ, ਪਰਮੇਸ਼ਰ ਦਾ ਹਰ ਵੇਲੇ ਨਾਮ ਜਪਿਆ, ਉਹਨਾਂ ਨੂੰ ਦਰਗਾਹ ਦੇ ਵਿੱਚ ਸਨਮਾਨ ਮਿਲਿਆ। ਜਿਨ੍ਹਾਂ ਹਰ ਜਪ ਲਿਆ। ਪਰ ਉਹਨਾਂ ਨੂੰ ਜਿਨ੍ਹਾਂ ਨੇ ਇਸ ਮਾਤ ਲੋਕ ਤੇ ਪਰਮੇਸ਼ਰ ਦਾ ਨਾਮ ਜਪਿਆ,
ਸਤਿਗੁਰ ਤੇ ਜੋ ਮੂੰਹ ਫੇਰੇ, ਗੁਰੂ ਵੱਲੋਂ ਮੂੰਹ ਫੇਰ ਕੇ ਨਹੀਂ ਚੱਲੇ, ਗੁਰੂ ਵੱਲ ਮੂੰਹ ਕਰਕੇ ਚੱਲੇ। ਹਰ ਸੇਵਹਿ ਸੇਈ ਪੁਰਖ। ਪਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਹਰ ਸੇਵੈ ਸੇਈ ਪੁਰਖ। ਪਰ ਸੱਚੇ ਪਾਤਸ਼ਾਹ ਉਹ ਪੁਰਖ, ਉਹ ਮਨੁੱਖ ਹੀ ਹਰੀ ਨੂੰ ਸੇਵਦੇ, ਪਰਮੇਸ਼ਰ ਨੂੰ ਯਾਦ ਕਰਦੇ ਹਨ। ਕੌਣ ਜੀ? ਜਿਨ੍ਹਾਂ ਹਰ ਤੁਧ ਮਾਇਆ। ਜਿਨ੍ਹਾਂ ਦੇ ਉੱਪਰ ਆਪ ਜੀ ਦੀ ਬਖਸ਼ਿਸ਼ ਰਹਿਮਤ ਹੋ ਜਾਂਦੀ ਹੈ। ਸਿੱਖ ਨੇ ਧਰਮ ਦੇ ਕਰਮ ਕਰਨੇ ਹੈ, ਪਰ ਇਹ ਸਮਝਣਾ ਕਿ ਗੁਰੂ ਤੇਰੀ ਕਿਰਪਾ, ਪਰਮੇਸ਼ਰ ਤੇਰੀ ਕਿਰਪਾ। ਇੱਥੇ ਮਾਇਆ ਸ਼ਬਦ ਵਰਤਿਆ, ਨਹੀਂ ਤੇ ਕਈ ਵਾਰ ਨਾ ਬੰਦੇ ਨੂੰ ਹੁੰਦਾ ਮੇਰੇ ਵਰਗਾ ਨਿਤਨੇਮ ਕੋਈ ਨਹੀਂ, ਮੇਰੇ ਵਰਗਾ ਸੇਵਾ ਕਰਨ ਵਾਲਾ ਕੋਈ ਨਹੀਂ, ਮੇਰੇ ਵਰਗਾ ਵਿਦਵਾਨ ਕੋਈ ਨਹੀਂ, ਮੇਰੇ ਵਰਗਾ ਵਿਵੇਕ ਬੁੱਧੀ ਵਾਲਾ ਕੋਈ ਨਹੀਂ। ਪਰ ਮਨ ਦੇ ਵਿੱਚ ਇਹ ਭਾਵ ਨਹੀਂ ਰੱਖੇ, ਇਹ ਸਾਰੀਆਂ ਰਹਿਮਤਾਂ ਦਾਤਾਂ ਗੁਰੂ ਪਰਮੇਸ਼ਰ ਨੇ ਦਿੱਤੀਆਂ। ਇਹ ਘੁੱਗ ਵਸਦੀ ਨਗਰੀ ਹੈ, ਸਾਰੇ ਹੀ ਕਦੇ ਅੰਮ੍ਰਿਤ ਵੇਲੇ ਅੰਮ੍ਰਿਤਸਰ ਦਰਬਾਰ ਸਾਹਿਬ ਆ ਜਾਂਦੇ ਆ ਜੀ। ਇਹ ਸਾਰੇ ਹੀ ਕਦੇ ਮੰਜੀ ਸਾਹਿਬ ਕਥਾ ਸੁਣਨ ਬੈਠ ਗਏ ਨਹੀਂ। ਜਿਨ੍ਹਾਂ ਦੇ ਉੱਤੇ ਮਾਇਆ ਕੀਤੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ, ਪਰਮੇਸ਼ਰ ਨੇ, ਉਹ ਹੀ ਪਰਮੇਸ਼ਰ ਦਾ ਨਾਮ ਜਪਦੇ। ਹਰ ਸੇਵੈ ਸੇਈ ਪੁਰਖ। ਇਹ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਇਸ ਨਗਰੀ ਦੇ ਬਾਨੀ ਫਰਮਾ ਰਹੇ ਹਨ ਕਿ ਹੇ ਪਰਮੇਸ਼ਰ ਜੀ, ਨਾਮ ਵੀ ਉਹੋ ਹੀ ਜਪ ਸਕਦਾ, ਸੇਵਾ ਵੀ ਉਹੋ ਹੀ ਕਰ ਸਕਦਾ, ਤੇ ਸਚਾਈ ਹੈ ਨਿਮਰਤਾ ਦੇ ਵਿੱਚ ਵੀ ਉਹੋ ਹੀ ਰਹਿ ਸਕਦਾ। ਜਿਨ੍ਹਾਂ ਹਰ ਤੁਧ ਮਾਇਆ, ਜਿਨ੍ਹਾਂ ਦੇ ਉੱਪਰ ਆਪ ਜੀ ਦੀ ਬਖਸ਼ਿਸ਼ ਰਹਿਮਤ ਹੈ। ਗੁਣ ਗਾਵਾ ਪਿਆਰੇ ਨਿਤ। ਸੱਚੇ ਪਾਤਸ਼ਾਹ ਜੀ ਫਰਮਾਉਂਦੇ, ਹੇ ਪਿਆਰੇ, ਹੇ ਪਰਮੇਸ਼ਰ ਜੀ, ਮੈਂ ਆਪ ਜੀ ਦੇ ਨਿਤਾ ਪ੍ਰਤੀ ਗੁਣ ਗਾਉਂਦਾ ਰਹਾ। ਗੁਰਮੁਖ ਭ੍ਰਮ ਭਉ ਗਿਆ। ਤੇ ਜਿਨ੍ਹਾਂ ਨੇ ਨਿਤਾ ਪ੍ਰਤੀ ਪਰਮੇਸ਼ਰ ਦਾ ਨਾਮ ਜਪਿਆ, ਉਹਨਾਂ ਗੁਰਮੁਖਾਂ ਦਾ ਜੋ ਗੁਰੂ ਵੱਲ ਮੁਖ ਕਰਕੇ ਚੱਲੇ, ਇਸ ਮਾਤ ਲੋਕ ਤੇ ਧਰਮ ਦੇ ਕਰਮ ਵੀ ਕੀਤੇ, ਪਰ ਹੱਥ ਵੇਲੇ ਹੱਥ ਜੋੜ ਕੇ ਸਿਰ ਝੁਕਾ ਕੇ ਕਹਿੰਦੇ ਰਹੇ, ਸਤਿਗੁਰੂ ਇਹ ਤੇਰੀ ਮਾਇਆ, ਇਹ ਤੇਰੀ ਕਿਰਪਾ। ਸੱਚਮੁੱਚ ਸੰਗਤ ਜੀ, ਸਿੱਖ ਨੇ ਧਰਮ ਦੇ ਕਰਮ ਜ਼ਰੂਰ ਕਰਨੇ, ਪਰ ਇੱਕ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਉਹਨਾਂ ਕੀਤੇ ਹੋਏ ਧਰਮ ਦੇ ਕਰਮਾਂ ਨੂੰ ਥਾਏ ਗੁਰੂ ਨੇ ਪਾਉਣਾ। ਰਹਿਮਤ ਜਦੋਂ ਤੱਕ ਗੁਰੂ ਪਰਮੇਸ਼ਰ ਨਹੀਂ ਕਰਦਾ, ਉਹ ਥਾਏ ਨਹੀਂ ਪੈਂਦੇ। ਇਤਿਹਾਸ ਭਰਿਆ ਪਿਆ, ਬੜੇ ਬੜੇ ਜਪੀਸਵਰ ਤਪੀਸਵਰ ਸੇਵਾ ਕਰਨ ਵਾਲੇ, ਪਰ ਹਉਮੈ ਕਰ ਬੈਠੇ, ਖੁੰਝ ਗਏ, ਭੁੱਲ ਗਏ। ਧਰਮ ਦੇ ਕਰਮ ਕਰਦਿਆਂ ਕਰਦਿਆਂ ਜੇ ਅੰਮ੍ਰਿਤ ਵੇਲੇ ਆਉਂਦੇ ਹੋ, ਅੰਮ੍ਰਿਤ ਵੇਲੇ ਉੱਠਦੇ ਹੋ, ਨਿਤਨੇਮ ਕਰਦੇ ਹੋ, ਸੇਵਾ ਕਰਦੇ ਹੋ, ਕੋਈ ਵੀ ਧਰਮ ਦਾ ਕਰਮ ਕਰਦੇ ਹੋ ਨਾ, ਤੇ ਮਨ ਦੇ ਵਿੱਚ ਇਹ ਨਾ ਕਿਤੇ ਫੁਰਨਾ ਆ ਜਾਵੇ ਕਿ ਮੇਰੇ ਵਰਗਾ ਨਿਤਨੇਮੀ ਕੋਈ ਨਹੀਂ, ਮੇਰੇ ਵਰਗਾ ਬੰਦਗੀ ਕਰਨ ਵਾਲਾ ਕੋਈ ਨਹੀਂ। ਬਸ ਕਰੀ ਵੀ ਜਾਇਓ, ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ ਸ਼ੁਕਰਾਨਾ ਵੀ ਕਰੀ ਜਾਇਓ ਕਿ ਗੁਰੂ ਰਾਮਦਾਸ ਤੁਸੀਂ ਉਠਾਉਂਦੇ ਹੋ, ਉੱਠ ਪੈਂਦੇ ਆ, ਤੁਸੀਂ ਲਿਆਉਂਦੇ ਹੋ, ਆ ਜਾਂਦੇ ਆ, ਤੁਸੀਂ ਕਰਵਾਉਂਦੇ ਹੋ ਤੇ ਸੇਵਾ ਕਰ ਲੈਂਦੇ ਆ। ਜਿਨ੍ਹਾਂ ਨੇ ਫਿਰ ਹਰ ਵੇਲੇ ਗੁਰੂ ਗੁਰੂ ਜਪਿਆ, ਗੁਣ ਗਾਵਾਂ ਪਿਆਰੇ ਨਿਤ, ਉਹਨਾਂ ਦੇ ਸਾਰੇ ਭ੍ਰਮ, ਇਹ ਭ੍ਰਮ ਹੀ ਆ ਨਾ ਜੀ, ਕਿ ਮੇਰੇ ਵਰਗਾ ਵਿਦਵਾਨ ਕੋਈ ਨਹੀਂ, ਮੇਰੇ ਵਰਗਾ ਕਥਾਵਾਚਕ ਕੋਈ ਨਹੀਂ, ਮੇਰੇ ਵਰਗਾ ਧਰਮੀ ਬੰਦਾ ਕੋਈ ਨਹੀਂ, ਮੇਰੇ ਵਰਗਾ ਨਿਤਨੇਮ ਕੋਈ ਨਹੀਂ। ਇਹ ਭਰਮ ਪੈ ਜਾਂਦਾ ਜੀ। ਤੁਹਾਡਾ ਤੇ ਪਤਾ ਨਹੀਂ, ਧਾਰਮਿਕ ਬੰਦਿਆਂ ਮੇਰੇ ਵਰਗਿਆਂ ਨੂੰ ਤੇ ਬਹੁਤ ਛੇਤੀ ਪੈਂਦਾ। 4 ਅੱਖਰ ਸੁਣਾ ਦਈਏ ਸਟੇਜ ਤੇ ਭਰਮ ਪੈ ਜਾਂਦਾ, ਮੇਰੇ ਵਰਗਾ ਵਿਦਵਾਨ ਕੋਈ ਨਹੀਂ। ਪਰ ਇਹ ਗੁਰੂ ਹੀ ਵਿਵੇਕ ਬੁੱਧ ਦੇਵੇ, ਮਤ ਬੁੱਧ ਦੇਵੇ, 4 ਅੱਖਰ ਬੋਲਣ ਦੇ ਯੋਗ ਹੋ ਸਕਦਾ, ਨਹੀਂ ਤੇ ਮੇਰੇ ਵਰਗੇ ਲੱਖਾਂ ਪਾਗਲ ਹੋਏ ਤੁਰੇ ਫਿਰਦੇ ਆ। ਸਤਿਗੁਰੂ ਜ਼ਬਾਨ ਹੀ ਨਹੀਂ ਦਿੰਦਾ, ਬੋਲਣ ਦੀ ਸਮਰੱਥਾ ਹੀ ਨਹੀਂ ਦਿੰਦਾ। ਜੇ ਮਨੁੱਖਾ ਜਨਮ ਵੀ ਮਿਲ ਗਿਆ ਤੇ ਮੂੰਹ ਫੇਰ ਕੇ ਮਨਮੁਖ ਹੋਇਆ ਹੀ ਕਈ ਜਨਮ ਲੰਘ ਜਾਂਦੇ। ਗੁਰੂ ਦੀ ਮਿਹਰ ਹੀ ਹੈ ਜੇ ਆਪਾਂ ਗੁਰੂ ਕੀਆਂ ਕਥਾ ਕਹਾਣੀਆਂ ਕਰ ਰਹੇ ਹਾਂ, ਸੁਣ ਰਹੇ ਹਾਂ। ਜਿਨ੍ਹਾਂ ਉੱਪਰ ਸੱਚੇ ਪਾਤਸ਼ਾਹ ਫਰਮਾਉਂਦੇ, ਹੇ ਪਰਮੇਸ਼ਰ ਜੀ,
ਧੰਨ ਗੁਰੂ ਰਾਮਦਾਸ ਪਾਤਸ਼ਾਹ ਫਰਮਾਉਂਦੇ, ਪਾਤਸ਼ਾਹ ਤੇਰੀ ਮਾਇਆ ਤੇਰੀ ਬਖਸ਼ਿਸ਼ ਹੈ, ਉਹ ਤੇਰੇ ਗੁਣ ਵੀ ਗਾਉਂਦੇ ਤੇ ਗੁਰਮੁਖ ਭਰਮ ਭਉ ਗਿਆ, ਉਹਨਾਂ ਦਾ ਭਰਮ ਵੀ ਨਾਸ ਹੋ ਜਾਂਦਾ। ਜਿਹੜਾ ਧਰਮ ਦੇ ਕਰਮ ਕਰਕੇ ਪੈਦਾ ਹੁੰਦਾ ਤੇ ਭਉ ਵੀ ਨਾਸ ਹੁੰਦਾ। ਵਾਰ ਜੰਮਣ ਮਰਨ ਦਾ ਜੋ ਭੈ ਸਿਰ ਤੇ ਬਣਿਆ ਉਹ ਵੀ ਨਾਸ਼ ਹੋ ਜਾਂਦਾ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰੇ, ਸਾਨੂੰ ਵੀ ਸੇਵਾ ਸਿਮਰਨ ਦੀ ਦਾਤ ਦੇਵੇ, ਗੁਰੂ ਵੱਲ ਮੁੱਖ ਕਰਕੇ ਵੀ ਚੱਲੀਏ, ਪਰ ਨਾਲ ਇਹ ਵੀ ਸੋਝੀ ਦੇਵੇ ਕਿ ਸਤਿਗੁਰੂ ਇਹ ਧਰਮ ਦੇ ਕਰਮ ਕਰ ਰਹੇ ਹਾਂ ਤੇ ਤੂੰ ਵੀ ਕਰਵਾ ਰਿਹਾ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਹਰ ਸੇਵਹਿ ਸੇਈ ਪੁਰਖ, ਜਿਨਾ ਹਰ ਤੁਧ ਮਇਆ, ਗੁਣ ਗਾਵਾ ਪਿਆਰੇ ਨਿਤ, ਗੁਰਮੁਖ ਭ੍ਰਮ ਭਉ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।